ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਦਾ ਸਵਾਗਤ ਹੈ ਵਿਰਸਾ ਚੈਨਲ ਦੀ ਖਾਸ ਪੇਸ਼ਕਸ਼ ਕੋਰ ਸਪੀਕਸ 'ਤੇ, ਜਿਸ 'ਤੇ ਸਾਡੇ ਉਹ ਬੀਬੀਆਂ ਜਿਹੜੀ ਆਪਣੀ ਵਿਵੇਕ ਬੁੱਧ ਨਾਲ ਕੌਮ ਦਾ ਨਾਮ ਉੱਚਾ ਕਰ ਰਹੇ ਹਨ, ਉਹਨਾਂ ਨੂੰ ਤੁਹਾਡੇ ਸਾਹਮਣੇ ਰੂਬਰੂ ਕਰਾਉਣ ਦਾ। ਅਤੇ ਅੱਜ ਐਸੀ ਹੀ ਇੱਕ ਖਾਸ ਮਹਿਮਾਨ ਜਿਨ੍ਹਾਂ ਹਾਲ ਹੀ ਵਿੱਚ ਯੰਗ ਅਚੀਵਰ ਅਵਾਰਡ ਵਿੱਚ ਆਪਣਾ ਨਾਮ ਦਰਜ ਕੀਤਾ ਹੈ, ਅਤੇ ਸਵਾਗਤ ਕਰਦੇ ਹਾਂ ਮਨਪ੍ਰੀਤ ਕੌਰ ਜੀ ਦਾ। ਤੁਹਾਡਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੀਮਤੀ ਸਮਾਂ ਸਾਨੂੰ ਦਿੱਤਾ। ਥੈਂਕ ਯੂ। ਆਓ ਸੰਗਤ ਜੀ ਬੀਬੀ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਆਪਣੇ ਬਾਰੇ ਜਾਣੂ ਕਰਵਾਓ। ਮੇਰਾ ਨਾਮ ਮਨਪ੍ਰੀਤ ਕੌਰ ਹੈ। ਮੇਰੀ ਜੋ ਬੇਸਿਕ ਐਜੂਕੇਸ਼ਨ ਹੈ ਉਹ ਪ੍ਰੈਜੈਂਟੇਸ਼ਨ ਕਨਵੈਂਟ ਹਾਇਰ ਸੈਕੰਡਰੀ ਸਕੂਲ ਤੋਂ ਹੋਈ ਹੈ, ਰਾਜਬਾਗ ਸ਼੍ਰੀਨਗਰ, ਜਿੱਥੋਂ ਮੈਂ ਆਪਣਾ 12th ਕੁਆਲੀਫਾਈ ਕੀਤਾ। ਉਸ ਤੋਂ ਬਾਅਦ ਮੈਂ ਅਮਰ ਸਿੰਘ ਕਾਲਜ ਦੇ ਵਿੱਚ ਐਡਮਿਸ਼ਨ ਲਈ, ਜਿੱਥੋਂ ਮੈਂ ਆਪਣਾ BSc ਲਈ ਗ੍ਰੈਜੂਏਸ਼ਨ ਲਈ ਐਂਟਰ ਕੀਤਾ। ਫਿਰ ਦੂਜਾ ਆ ਜਾਂਦਾ ਹੈ ਕਿ ਇਹ ਸੀ ਮੇਰਾ ਐਜੂਕੇਸ਼ਨ ਵਾਲਾ ਪਾਰਟ। ਸੈਕਿੰਡ ਪਾਰਟ ਆ ਜਾਂਦਾ ਹੈ ਜੇਕਰ ਆਪਾਂ ਕਹੀਏ ਸੋਸ਼ਲ ਐਕਟਿਵਿਜ਼ਮ, ਸੋਸ਼ਲ ਵਰਕ। ਤਾਂ ਮੇਰੀ 8th ਸਟੈਂਡਰਡ ਦੇ ਐਂਡ ਦੇ ਵਿੱਚ ਆਲਮੋਸਟ ਫਲੱਡਸ ਦੇ ਟਾਈਮ 2014 ਦੇ ਵਿੱਚ ਮੈਂ ਗੁਰਮਤਿ ਟਕਸਾਲ IGS JNK ਨੂੰ ਜੁਆਇਨ ਕੀਤਾ, ਜੋ ਇੱਕ ਸੋਸ਼ਲ ਐਂਡ ਰਿਲੀਜੀਅਸ ਆਰਗੇਨਾਈਜੇਸ਼ਨ ਹੈ, ਅਤੇ ਪ੍ਰੈਜ਼ੈਂਟਲੀ ਉਹਨੂੰ ਮਲਕੀਤ ਸਿੰਘ ਜੀ ਬੱਬਰ ਹੈਡ ਕਰ ਰਹੇ ਨੇ। ਤਾਂ ਉਹਦੇ ਵਿੱਚ ਐਂਟਰ ਕਰਕੇ ਪਹਿਲਾਂ ਤਾਂ ਕਾਫੀ ਦੇਰ ਮੈਂ ਬੱਚਿਆਂ ਨੂੰ ਸੰਥਿਆ ਕਰਵਾਈ, ਪੰਜਾਬੀ ਪੜ੍ਹਾਉਣੀ, ਗੁਰਮਤ ਵਿਚਾਰ, ਸਿੱਖ ਰਹਿਤ ਮਰਿਆਦਾ, ਸਿੱਖ ਹਿਸਟਰੀ ਦੇ ਬਾਰੇ ਪੜ੍ਹਾਉਣਾ, ਸੰਥਿਆ ਦੇਣੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਵੀ ਸੰਥਿਆ ਦੇਣੀ, ਅਤੇ ਬੱਚਿਆਂ ਨੂੰ ਅਲੱਗ-ਅਲੱਗ ਵਿਸ਼ਿਆਂ ਦੇ ਬਾਰੇ ਵਿੱਚ ਪੜ੍ਹਾਉਣਾ, ਉਹ ਸਭ ਕੁਝ ਕੀਤਾ। ਫਿਰ ਉਸ ਤੋਂ ਬਾਅਦ ਆਪਾਂ ਨੇ ਡਰਾਈਵ ਸਟਾਰਟ ਕੀਤੀ, ਫੂਡ ਡਰਾਈਵਸ, ਜਿਹਦੇ ਵਿੱਚ ਆਪਾਂ ਨੇ ਰਾਸ਼ਨ ਵੀ ਲੋਕਾਂ ਦੇ ਵਿੱਚ ਡਿਸਟਰੀਬਿਊਟ ਕੀਤਾ। ਸਟੇਟ ਸਪੀਕਿੰਗ ਦੀ ਗੱਲ ਕਰਾਂ ਤਾਂ ਨਿਊਜ਼ 18 ਜੋ ਇੱਕ ਨੈਸ਼ਨਲ ਮੀਡੀਆ ਹੈ, ਜਾਂ ਛੋਟੇ-ਮੋਟੇ ਚੈਨਲਸ ਦੀ ਗੱਲ ਕਰੀਏ ਜੋ ਕਿ ਲੋਕਲ ਚੈਨਲਸ ਨੇ, ਜਿਵੇਂ ਨਿਊਜ਼ ਇਨਸਾਈਡਰ, ਅਰਲੀ ਟਾਈਮਸ, ਰਾਈਜ਼ਿੰਗ ਕਸ਼ਮੀਰ, ETV ਉਰਦੂ, ਇਹਨਾਂ ਸਭ ਦੇ ਨਾਲ ਵੀ ਮੈਂ ਗੱਲ ਕੀਤੀ ਹੋਈ ਹੈ। ਆਲਰੇਡੀ ਇੰਟਰਵਿਊਜ਼ ਹੋਏ ਨੇ ਮੇਰੇ ਵੱਖ-ਵੱਖ ਮੁੱਦਿਆਂ 'ਤੇ, ਮੇਰੇ ਕਰੀਅਰ ਨੂੰ ਲੈ ਕੇ, ਮੇਰੀ ਬੁੱਕ ਨੂੰ ਲੈ ਕੇ, ਮੇਰੇ ਸੋਸ਼ਲ ਐਕਟਿਵਿਜ਼ਮ ਨੂੰ ਲੈ ਕੇ, ਐਂਡ ਸਪੈਸ਼ਲੀ ਜੇਕਰ ਵੂਮਨ ਇੰਪਾਵਰਮੈਂਟ ਦੀ ਗੱਲ ਕਰੀਏ ਤਾਂ ਨਿਊਜ਼ 18 ਜੋ ਹੈ ਉਹਦੇ ਨਾਲ ਮੇਰਾ ਡਿਬੇਟ ਵੀ ਰਿਹਾ ਸੀ, ਜਿਸ ਦੇ ਵਿੱਚ ਜੰਮੂ ਐਂਡ ਕਸ਼ਮੀਰ ਤੋਂ ਖਾਲੀ ਇੱਕ ਹੀ ਕੁੜੀ ਨੂੰ ਸਿਲੈਕਟ ਕੀਤਾ ਗਿਆ ਸੀ ਐਟ ਦਾ ਕਾਲਜ ਲੈਵਲ, ਐਂਡ ਦੈਟ ਵਾਜ਼ ਮੀ। ਇਹ ਸੀ ਕੁਝ ਮੇਰਾ ਪਾਰਟ ਸੋਸ਼ਲ ਐਕਟਿਵਿਜ਼ਮ ਦਾ, ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਸਾਰੀ ਡਿਸਟਰੀਬਿਊਸ਼ਨ ਹੋਈ, ਅੱਜ ਤੱਕ ਹੈਲਪ ਜੋ ਹੋਈ ਹੈ ਨੀਡੀ ਲੋਕਾਂ ਦੀ, ਜਾਂ ਫਿਰ ਪ੍ਰੋਟੈਸਟ, ਸਟੇਟ ਸਪੀਕਿੰਗ, ਉਹ ਸਭ। ਕਾਫੀ ਸਾਰੇ ਸੈਮੀਨਾਰਸ ਗੁਰਮਤਿ ਟਕਸਾਲ IGS ਦੇ ਵਿੱਚ ਆਪਾਂ ਨੇ ਆਰਗੇਨਾਈਜ਼ ਕੀਤੇ ਨੇ, ਜਿਹਦੇ ਵਿੱਚ ਇੱਕ ਸੈਮੀਨਾਰ ਸਾਡਾ SKICC ਦੇ ਵਿੱਚ ਵੀ ਹੋਇਆ ਸੀ, in which various issues of the Sikh community were highlighted। ਚਾਹੇ ਆਪਾਂ ਗੱਲ ਕਰੀਏ ਸਿੱਖਾਂ ਦੀ ਲੈਂਗੁਏਜ ਬਿੱਲ ਜੋ ਪਾਸ ਹੋਈ ਸੀ 2020 ਦੀ, ਜਿਹਦੇ ਵਿੱਚ ਪੰਜਾਬੀ ਨੂੰ ਹਟਾ ਦਿੱਤਾ ਗਿਆ, ਉਰਦੂ, ਕਸ਼ਮੀਰੀ, ਡੋਗਰੀ, ਇੰਗਲਿਸ਼, ਹਿੰਦੀ, ਇਹ ਸਭ ਇਨਕਲੂਡ ਕਰ ਦਿੱਤੇ ਗਏ, ਬਟ ਪੰਜਾਬੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਟਾਈਮ ਤੋਂ ਇੱਥੇ ਸੀ, ਉਹਨੂੰ ਹਟਾ ਦਿੱਤਾ ਗਿਆ, ਉਹਨੂੰ ਐਕਸਕਲੂਡ ਕਰ ਦਿੱਤਾ ਗਿਆ। ਇੰਪਲੋਇਮੈਂਟ, ਐਜੂਕੇਸ਼ਨ ਬੱਚਿਆਂ ਲਈ, ਇਹ ਸਭ ਜੋ PM ਪੈਕੇਜ ਆਇਆ ਸੀ SRO 425, ਉਹਦੇ ਲਈ ਵੀ ਆਪਾਂ ਨੇ ਗੱਲ ਕੀਤੀ ਕਿ ਨਹੀਂ, ਅਗਰ ਪੰਡਿਤ ਇਸ ਚੀਜ਼ ਦਾ ਲਾਭ ਲੈ ਰਹੇ ਨੇ ਤੇ ਸਿੱਖ ਬੱਚੇ ਕਿਉਂ ਇਸ ਚੀਜ਼ ਦਾ ਲਾਭ ਨਹੀਂ ਲੈ ਸਕਦੇ। ਆਨੰਦ ਕਾਰਜ ਮੈਰਿਜ ਐਕਟ ਦੀ ਗੱਲ ਵੀ ਕੀਤੀ, ਐਂਡ ਜੋ ਕਨਵਰਜਨ ਹੋ ਰਿਹਾ ਸੀ, ਇੰਟਰ ਰਿਲੀਜੀਅਸ ਕਨਵਰਜਨ ਜੋ ਹੋ ਰਿਹਾ ਸੀ, ਜਿਹਦੇ ਕਰਕੇ ਤੁਸੀਂ ਦੇਖਿਆ ਹੋਏਗਾ ਕਿ ਬੀਬੀ ਦਾ ਮਨਮੀਤ ਕੌਰ, ਉਹਨਾਂ ਸਭ ਨੇ ਆਪਣਾ ਰਿਲੀਜਨ ਹੀ ਕਨਵਰਟ ਕਰ ਦਿੱਤਾ, ਅਤੇ ਉਹਨਾਂ ਨੂੰ ਕਿਸ ਤਰ੍ਹਾਂ ਸਿੱਖ ਬੀਬੀਆਂ ਦੀ ਗਰੂਮਿੰਗ ਇੱਕ ਯੰਗ ਏਜ ਦੇ ਵਿੱਚ ਕੀਤੀ ਜਾਂਦੀ ਹੈ, ਉਹ ਟੌਪਿਕਸ ਵੀ ਅਸੀਂ ਹਾਈਲਾਈਟ ਕੀਤੇ। ਚਾਹੇ ਉਹ ਕਾਨਫਰੰਸਿਸ ਦੀ ਗੱਲ ਕਰੀਏ, ਮੈਂ ਗੁਰਦੁਆਰਾ ਸਟੇਟ ਸਪੀਕਿੰਗ ਦੀ ਗੱਲ ਕਰਾਂ, ਉੱਥੇ ਸਭ ਜਗ੍ਹਾ ਮੈਂ ਉਸ ਚੀਜ਼ ਨੂੰ ਹਾਈਲਾਈਟ ਕੀਤਾ। ਨੈਕਸਟ ਚੀਜ਼ ਆ ਗਈ ਮੇਰੀ ਬੁੱਕ। ਹੁਣ ਜੋ ਲਾਸਟ ਚੀਜ਼ ਹੈ ਜਿਹਦੇ ਲਈ ਮੈਨੂੰ ਅਵਾਰਡ ਵੀ ਤੁਸੀਂ ਜਿਹਦੀ ਗੱਲ ਕੀਤੀ ਉਹਦੇ ਲਈ ਮਿਲਿਆ ਸੀ, ਅਤੇ ਯੰਗ ਅਚੀਵਰਸ ਅਵਾਰਡ ਜੋ ਸੀ ਉਹ ਬੇਸਿਕਲੀ ਮੈਨੂੰ ਦੋਵਾਂ ਫੀਲਡਸ ਲਈ ਮਿਲਿਆ ਸੀ, ਇੱਕ ਤਾਂ ਸੋਸ਼ਲ ਐਕਟਿਵਿਜ਼ਮ ਲਈ ਵੀ, ਇੱਕ ਆਥਰ ਲਈ ਵੀ। ਬਟ ਆਥਰ ਵਾਲਾ ਪਾਰਟ ਇਸ ਕਰਕੇ ਰਿਕੋਗਨਾਈਜ਼ ਜ਼ਿਆਦਾ ਕੀਤਾ ਗਿਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਸਿੱਖ ਬੀਬੀਆਂ ਦੀ ਗੱਲ ਜੇਕਰ ਆਪਾਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਕਰੀਏ, ਜਾਂ ਬੀਬੀਆਂ ਹੀ ਕਿਉਂ, ਆਪਾਂ ਕਿਸੇ ਵੀ ਮਤਲਬ ਜੈਂਡਰ ਦੀ ਗੱਲ ਕਰੀਏ, ਮੇਲ ਜਾਂ ਫੀਮੇਲ, ਉਹਨਾਂ ਦੇ ਵਿੱਚੋਂ ਫਸਟ ਆਥਰ ਜੋ ਕਸ਼ਮੀਰੀ ਸਿੱਖ ਬੱਚੀ ਜੋ ਆਈ ਉਹ ਮੈਂ ਹੀ ਸਾਂ। ਦੈਟ ਇਜ਼ ਵਾਈ ਇਟ ਵਾਜ਼ ਕਿ ਮੈਨੂੰ ਉਹ ਵਾਲੀ ਚੀਜ਼ ਜੋ ਹੈ ਉਹ ਜ਼ਿਆਦਾ ਹਾਈਲਾਈਟ ਕਰ ਦਿੱਤੀ ਗਈ, ਬਟ ਐਜ਼ ਸੱਚ ਇਟ ਵਾਜ਼ ਰਿਕੋਗਨਾਈਜ਼ਡ ਫॉर ਬੋਥ। ਅਤੇ ਸਭ ਤੋਂ ਪਹਿਲਾਂ ਮੇਰੀ ਜੋ ਬੁੱਕ ਹੈ ਉਹਦਾ ਨਾਮ ਬਲੂਜ਼ ਐਂਡ ਬਲਿਸ ਹੈ, ਅਤੇ ਉਹ ਜਦੋਂ ਰਿਲੀਜ਼ ਹੋਈ ਤਾਂ ਸਭ ਤੋਂ ਪਹਿਲਾਂ ਮੈਨੂੰ ਮੋਮੈਂਟੋ ਜੋ ਸੀ ਉਹ ਗਵਰਨਰ ਨੇ ਦਿੱਤਾ, ਮਨੋਹਰ ਸਿਨਹਾ ਜੀ ਨੇ, ਗੁਲਮਰਗ ਰਿਜ਼ੋਰਟ ਦੇ ਵਿੱਚ। ਉਹਨਾਂ ਨੇ ਜੋ ਉੱਥੇ ਦਾ ਖਾਈਬਰ ਰਿਜ਼ੋਰਟ ਹੈ ਉਹਦੇ ਵਿੱਚ ਇੱਕ ਬਹੁਤ ਵੱਡੀ ਗ੍ਰੈਂਡ ਫੰਕਸ਼ਨ ਹੋਈ ਸੀ, ਜਿਹਦੇ ਵਿੱਚ ਕਾਫੀ ਸਾਰੇ ਲੋਕਾਂ ਨੇ ਪਾਰਟਿਸਿਪੇਟ ਕੀਤਾ, ਐਂਡ ਕਸ਼ਮੀਰ ਤੋਂ ਮਹਾਪਾਰਾ ਖਾਨ, ਅਨੁਸ਼ਕਾ ਧਰ, ਮੀ, ਸਿਧਾਰਥ ਗੀਗੂ, ਐਂਡ ਸਾਡੇ DC ਸਾਹਿਬ ਐਜਾਜ਼ ਅਸਦ ਸਾਹਿਬ ਜੋ ਨੇ ਸ਼੍ਰੀਨਗਰ ਦੇ DC, ਉਹਨਾਂ ਨੂੰ ਚੁਣਿਆ ਗਿਆ ਸੀ ਫॉर द ਪੈਨਲ ਡਿਸਕਸ਼ਨ, ਜਿਹਦੇ ਵਿੱਚ ਆਪਾਂ ਨੇ ਪਾਰਟ ਲਿਆ ਸੀ।
ਉੱਥੇ ਮੇਰੀ ਬੁੱਕ ਦਾ ਰਿਲੀਜ਼ ਇੱਕ ਤਰ੍ਹਾਂ ਦਾ ਹੋਇਆ। ਫਿਰ ਉਸ ਤੋਂ ਬਾਅਦ ਉੱਥੇ ਹੀ ਮੈਨੂੰ ਮੋਮੈਂਟੋ ਮਿਲਿਆ ਫॉर ਬੀਇੰਗ ਦ ਨੇਟਿਵ ਪੋਇਟਸ ਆਫ ਕਸ਼ਮੀਰ, ਵਨ ਆਫ ਦ ਨੇਟਿਵ ਪੋਇਟਸ ਆਫ ਕਸ਼ਮੀਰ। ਉਸ ਤੋਂ ਬਾਅਦ ਮੈਨੂੰ ਯੰਗ ਅਚੀਵਰਸ ਅਵਾਰਡ ਮਿਲਿਆ ਮੇਜਰ ਜਨਰਲ CEO ਸੰਜੇ ਵਿਸ਼ਵਾਸ ਰਾਓ ਜੀ ਤੋਂ। ਉਸ ਤੋਂ ਬਾਅਦ ਮੇਰੀ ਬੁੱਕ ਦਾ ਆਫੀਸ਼ੀਅਲ ਰਿਲੀਜ਼ ਹੋਇਆ ਜੋ ਕਿ ਡਿਵੀਜ਼ਨਲ ਕਮਿਸ਼ਨਰ ਪੰਡੂਰੰਗ ਕੇ ਪੋਲੇ ਜੀ ਨੇ ਕੀਤਾ। ਉਹ ਇੱਥੇ ਹੀ ਹੋਇਆ ਸੀ ਸ਼੍ਰੀਨਗਰ ਸਿਟੀ ਦੇ ਵਿੱਚ, ਰਾਜ ਬਾਗ ਦੇ ਵਿੱਚ, ਅਤੇ ਉਹਨਾਂ ਨੇ ਵੀ ਮੈਨੂੰ ਫੈਲੀਸਟੇਟ ਕੀਤਾ ਫॉर ਮਾਈ ਬੁੱਕ। ਉਸ ਤੋਂ ਬਾਅਦ ਰੀਸੈਂਟਲੀ ਮੇਰਾ ਬੁੱਕ ਦੇ ਵਿੱਚ ਵੀ ਨਾਮ ਆਇਆ ਜੋ ਕਿ ਕਸ਼ਮੀਰ ਯੂਨੀਵਰਸਿਟੀ ਪ੍ਰੋਫੈਸਰ ਨੇ ਲਿਖੀ ਹੈ, ਉਹਨਾਂ ਦਾ ਨਾਮ ਹੈ ਬਾਸਿਤ ਸਰ, ਅਤੇ ਉਹਨਾਂ ਨੇ ਉਸ ਦੇ ਵਿੱਚ ਮੈਨੂੰ ਮੈਂਸ਼ਨ ਕੀਤਾ ਫॉर ਬ੍ਰੇਕਿੰਗ ਦ ਸਟੀਰੀਓਟਾਈਪਸ। ਬੁੱਕ ਦਾ ਟਾਈਟਲ ਹੀ ਹੈ ਬ੍ਰੇਕਿੰਗ ਦ ਸਟੀਰੀਓਟਾਈਪਸ ਦ ਵੂਮਨ ਆਫ ਕਸ਼ਮੀਰ, ਇੰਸਪਾਇਰਿੰਗ ਵੂਮਨ ਆਫ ਕਸ਼ਮੀਰ। ਉਹਨਾਂ ਨੇ ਉੱਥੇ ਮੈਨੂੰ ਐਜ਼ ਅ ਸੋਸ਼ਲ ਐਕਟਿਵਿਸਟ ਚੁਣਿਆ, ਜਿਹਦੇ ਵਿੱਚ ਉਹਨਾਂ ਨੇ ਮੇਰੀ ਬੁੱਕ ਦੀ ਜਰਨੀ ਨੂੰ ਵੀ ਦੱਸਿਆ ਹੈ, ਹਾਈਲਾਈਟ ਕੀਤਾ ਹੈ, ਮੇਰੇ ਸੋਸ਼ਲ ਐਕਟਿਵਿਜ਼ਮ ਨੂੰ ਵੀ ਹਾਈਲਾਈਟ ਕੀਤਾ ਹੈ। ਅਤੇ ਰੀਸੈਂਟਲੀ ਕਾਫੀ ਸਾਰੇ ਐਸੇ ਪਬਲੀਕੇਸ਼ਨਸ ਹੋਏ ਨੇ ਨਿਊਜ਼ਪੇਪਰਸ ਵਗੈਰਾ ਦੇ ਵਿੱਚ ਜਿਹਦੇ ਵਿੱਚ ਇਹਨਾਂ ਸਾਰੇ ਅਵਾਰਡਸ ਦਾ ਜ਼ਿਕਰ ਆਇਆ ਹੈ। ਅਤੇ ਇਹ ਹੈ ਮੇਰੀ ਛੋਟੀ ਮੋਟੀ ਜਿਹੀ ਜਰਨੀ। ਸਾਡੇ ਸਾਰਿਆਂ ਦਾ ਅਜੋਕਾ ਜੀਵਨ ਬਹੁਤ ਜ਼ਿਆਦਾ ਕੰਪਲੈਕਸ ਹੋ ਚੁੱਕਿਆ ਹੈ, ਤੁਹਾਨੂੰ ਇਸ ਪਿੱਛੇ ਕਿਹੜੇ ਕਾਰਨ ਨਜ਼ਰ ਆਉਂਦੇ ਹਨ? ਕੰਪਲੈਕਸ ਸਾਡਾ ਜੀਵਨ ਨਹੀਂ, ਸਾਡਾ ਮਾਈਂਡਸੈਟ ਮੈਨੂੰ ਲੱਗਦਾ ਹੈ ਜ਼ਿਆਦਾ ਕੰਪਲੈਕਸ ਹੋ ਚੁੱਕਿਆ ਹੈ। ਬਿਕੋਜ਼ ਅੱਜ ਕੱਲ੍ਹ ਦੀ ਡੇਟ ਦੇ ਵਿੱਚ ਹਰ ਇੱਕ ਬੰਦਾ ਜੋ ਹੈ ਹੀ ਔਰ ਸ਼ੀ ਇਜ਼ ਨਾਟ ਸੈਟਿਸਫਾਈਡ। ਸਭ ਤੋਂ ਪਹਿਲਾਂ ਤਾਂ ਗੱਲ ਹੋ ਗਈ ਕਿ ਹਮੇਸ਼ਾ ਅਸੀਂ ਸੈਟਿਸਫਾਈਡ ਨਹੀਂ ਰਹਿੰਦੇ। ਸਾਡਾ ਜੋ ਪਹਿਲਾਂ ਕੀ ਹੁੰਦਾ ਸੀ ਕਿ ਫੈਮਲੀਜ਼ ਦੇ ਨਾਲ ਬਹੁਤ ਪਿਆਰ ਸੀ, ਧਰਮ ਦੇ ਨਾਲ ਜੋ ਲੋਕ ਨੇ ਉਹ ਕਨੈਕਟਡ ਸਨ, ਆਪਣੇ ਰੂਟਸ ਦੇ ਨਾਲ ਲੋਕ ਬਹੁਤ ਕਨੈਕਟਡ ਸਨ। ਬਟ ਅੱਜ ਅਸੀਂ ਆਪਣੇ ਰੂਟਸ ਨੂੰ ਹੀ ਭੁੱਲਦੇ ਜਾ ਰਹੇ ਹਾਂ, ਆਪਣੀ ਫੈਮਲੀਜ਼ ਤੋਂ ਦੂਰ ਹੁੰਦੇ ਜਾ ਰਹੇ ਹਾਂ, ਆਪਣੇ ਧਰਮ ਤੋਂ ਦੂਰ ਹੁੰਦੇ ਜਾ ਰਹੇ ਹਾਂ। ਬਟ ਵਾਟ ਆਰ ਵੀ ਫੋਕਸਿੰਗ ਔਨ ਇਜ਼ ਦੈਟ ਕਿ ਸਾਨੂੰ ਸ਼ੋ ਆਫ ਕਰਨਾ ਬਹੁਤ ਜ਼ਿਆਦਾ ਇੰਪੋਰਟੈਂਟ ਲੱਗ ਰਿਹਾ ਕਿ ਮੇਰੇ ਫਰੈਂਡਸ ਦੇ ਵਿੱਚ ਮੇਰੀ ਐਸੀ ਇਮੇਜ ਹੋਵੇ, ਸੋਸਾਇਟੀ ਦੇ ਵਿੱਚ ਐਸੀ ਇਮੇਜ ਹੋਵੇ। ਅਸੀਂ ਇਮੇਜ ਕੌਨਸ਼ੀਅਸ ਹੋ ਰਹੇ ਹਾਂ ਐਂਡ ਵੀ ਆਰ ਨਾਟ ਸੈਟਿਸਫਾਈਡ ਇਨ ਲਾਈਫ, ਵਿਚ ਇਜ਼ ਦ ਬਿਗੇਸਟ ਰੀਜ਼ਨ। ਕਿਉਂਕਿ ਹਮੇਸ਼ਾ ਜਦੋਂ ਸੈਟਿਸਫੈਕਸ਼ਨ ਜੋ ਹੈ ਉਹ ਸਾਨੂੰ ਪੀਸ ਦਿੰਦੀ ਹੈ, ਸਾਡੇ ਲਾਈਫ ਦੀ ਕੰਪਲੈਕਸਿਟੀਜ਼ ਨੂੰ ਆਸਾਨ ਕਰਦੀ ਹੈ। ਬਟ ਜਦੋਂ ਆਪਾਂ ਸੈਟਿਸਫਾਈਡ ਨਹੀਂ ਹੁੰਦੇ, ਆਪਾਂ ਇਹ ਸ਼ੋਅ ਸ਼ਾਹ ਦੇ ਵਿੱਚ ਲੱਗ ਜਾਂਦੇ ਹਾਂ ਸੋਸਾਇਟੀ ਨੂੰ ਖੁਸ਼ ਕਰਨ ਲਈ। ਅਸੀਂ ਆਪਣੇ ਆਪ ਨੂੰ ਖੁਸ਼ ਨਹੀਂ ਕਰਦੇ, ਆਪਣੀ ਸੋਲ ਨੂੰ ਖੁਸ਼ ਨਹੀਂ ਕਰਦੇ, ਲੋਕਾਂ ਨੂੰ ਖੁਸ਼ ਕਰਨ ਲਈ, ਉਹਨਾਂ ਤੋਂ ਤਾਰੀਫ ਪ੍ਰਾਪਤ ਕਰਨ ਲਈ ਆਪਾਂ ਇੱਕ ਤਰ੍ਹਾਂ ਦਾ ਡਿਫਰੈਂਟ ਥਿੰਗਸ ਦੇ ਵਿੱਚ ਇੰਡਲਜ ਹੋ ਜਾਂਦੇ ਹਾਂ ਕਿ ਲੋਕ ਸਾਨੂੰ ਐਪਰੀਸ਼ੀਏਟ ਕਰਨ, ਆਪਾਂ ਐਸੀ ਇਮੇਜ ਬਣਾ ਲਈਏ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਾਡੀ ਲਾਈਫ ਬਹੁਤ ਜ਼ਿਆਦਾ ਕੰਪਲੈਕਸ ਹੁੰਦੀ ਜਾ ਰਹੀ ਹੈ ਜਸਟ ਬਿਕੋਜ਼ ਆਫ ਇਨਕਰੀਜ਼ਿੰਗ ਵਿਸ਼ਿਜ਼, ਇਨਕਰੀਜ਼ਿੰਗ ਡਿਜ਼ਾਇਰਸ। ਬਿਕੋਜ਼ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਨੀਡਸ ਨੂੰ ਸੈਟਿਸਫਾਈ ਕੀਤਾ ਜਾ ਸਕਦਾ, ਡਿਜ਼ਾਇਰਸ ਨੂੰ ਨਹੀਂ। ਤਾਂ ਸਾਡੀ ਇੱਕ ਡਿਜ਼ਾਇਰ ਜਿੱਥੇ ਪੂਰੀ ਹੁੰਦੀ ਹੈ, ਆਪਾਂ ਇੱਕ ਹੋਰ ਡਿਜ਼ਾਇਰ ਨੂੰ ਲੈ ਕੇ ਅੱਗੇ ਖੜੇ ਹੋ ਜਾਂਦੇ। ਮੈਂ ਨਹੀਂ ਕਹਿ ਰਹੀ ਕਿ ਸੁਪਨੇ ਵੇਖਣਾ, ਕੋਈ ਏਮ ਰੱਖਣਾ ਜਾਂ ਡਿਜ਼ਾਇਰਸ ਰੱਖਣਾ ਬੁਰੀ ਗੱਲ ਹੈ, ਬਟ ਯੂ ਸ਼ੁੱਡ ਨੋ ਅਗਰ ਕਿਤੇ ਉਹ ਪੂਰੀਆਂ ਨਹੀਂ ਹੁੰਦੀਆਂ ਜਾਂ ਕੁਝ ਪ੍ਰੋਬਲਮ ਆ ਜਾਂਦੀ ਹੈ ਜਿਸ ਕਰਕੇ ਉਹ ਪੂਰੀ ਨਹੀਂ ਹੋ ਸਕਦੀ, ਅਤੇ ਡਿਸਅਪੋਇੰਟਡ ਫੀਲ ਕਰਨਾ, ਡਿਜੈਕਟਡ ਫੀਲ ਕਰਨਾ, ਇਹ ਗੱਲ ਨਹੀਂ ਹੁੰਦੀ। ਵੀ ਸ਼ੁੱਡ ਬੀ ਵੈਰੀ ਫੋਕਸਡ ਟੂਵਰਡਸ ਆਰ ਗੋਲਸ। ਸਾਨੂੰ ਆਪਣੇ ਗੋਲਸ ਨੂੰ ਮੱਦੇਨਜ਼ਰ ਰੱਖ ਕੇ ਉਹਦੇ ਉੱਪਰ ਪੂਰੀ ਏਮ ਰੱਖ ਕੇ ਚੱਲਣਾ ਚਾਹੀਦਾ, ਨਾ ਕਿ ਡਿਜੈਕਟਡ ਹੋ ਕੇ ਐਂਡ ਹੋਪਲੈਸ ਹੋ ਕੇ। ਕਿਉਂਕਿ ਜਦੋਂ ਆਪਾਂ ਹੋਪਲੈਸ ਹੋ ਜਾਂਦੇ ਹਾਂ, ਇਟ ਮੀਨਸ ਆਪਾਂ ਸਿੱਖੀ ਤੋਂ ਹੀ ਉਲਟ ਹੋ ਗਏ। ਕਿਉਂਕਿ ਸਿੱਖੀ ਹਮੇਸ਼ਾ ਹਾਈ ਸਪਿਰਿਟਸ ਦੀ ਗੱਲ ਕਰਦੀ ਹੈ, ਚੜ੍ਹਦੀ ਕਲਾ ਦੀ ਗੱਲ ਕਰਦੀ ਹੈ। ਅਤੇ ਜੇਕਰ ਅਸੀਂ ਗੁਰਬਾਣੀ ਨਾਲ ਜੁੜੇ ਹੋਵਾਂਗੇ ਤਾਂ ਸਾਡੀ ਲਾਈਫ ਦੀ ਕੰਪਲੈਕਸਿਟੀ ਜੋ ਨੇ ਆਸਾਨ ਹੋ ਜਾਣਗੀਆਂ। ਬਹੁਤ ਹੀ ਸੋਹਣੇ ਢੰਗ ਦੇ ਨਾਲ ਐਕਸਪਲੇਨ ਕੀਤਾ। ਜਿਸ ਤਰ੍ਹਾਂ ਸਾਡੇ ਰੁਝਾਨ ਵੱਧਦੇ ਜਾ ਰਹੇ ਹਨ, ਮੁਸ਼ਕਿਲ ਜ਼ਿੰਦਗੀ ਵੀ ਵਧੀ ਜਾ ਰਹੀ ਹੈ, ਜਿਸ ਦਾ ਇੱਕ ਇਨਸਾਨ ਦੀ ਜ਼ਿੰਦਗੀ 'ਤੇ ਬਹੁਤ ਵੱਡਾ ਨੁਕਸਾਨ ਹੈ। ਇਸ ਨੂੰ ਕਿਵੇਂ ਅਸੀਂ ਡੀਲ ਕਰ ਸਕਦੇ ਹਾਂ? ਰੁਝਾਨ ਮੈਂ ਇੱਥੇ ਲਵਾਂਗੀ ਕਿ ਸਾਡੀ ਇਨਕਲੀਨੇਸ਼ਨ ਜੋ ਹੈ ਉਹ ਹਰ ਚੀਜ਼ ਦੀ ਤਰਫ ਵੱਧਦੀ ਜਾ ਰਹੀ ਹੈ। ਚਾਹੇ ਉਹ ਸੁਸਾਇਟੀ ਦੇ ਵਿੱਚ ਕੋਈ ਟ੍ਰੈਂਡ ਚੱਲ ਰਿਹਾ ਹੈ, ਚਾਹੇ ਉਹ ਇੰਸਟਾਗ੍ਰਾਮ ਹੈ, ਚਾਹੇ ਉਹ ਸੋਸ਼ਲ ਮੀਡੀਆ ਹੈ, ਚਾਹੇ ਉਹ ਕਿਸੇ ਨੇ ਕੁਝ ਪਾ ਲਿਆ, ਕੁਝ ਕੱਪੜੇ ਪਾ ਲਏ, ਕੁਝ ਵੀ ਤੁਸੀਂ ਲੈ ਲਓ, ਸਾਡੀ ਇਨਕਲੀਨੇਸ਼ਨ ਹਰ ਇੱਕ ਚੀਜ਼ ਲਈ ਵੱਧਦੀ ਜਾ ਰਹੀ ਹੈ। ਐਂਡ ਇੱਥੇ ਮੈਨੂੰ ਇੱਕ ਕੋਟ ਯਾਦ ਆ ਰਿਹਾ ਹੈ ਕਿ ਆਈ ਵਾਜ਼ ਕਰਾਈਂਗ ਫॉर ਅ ਨਿਊ ਪੇਅਰ ਆਫ ਸ਼ੂਜ਼ ਟਿਲ ਆਈ ਰਿਅਲਾਈਜ਼ਡ ਅ ਪਰਸਨ ਨੈਕਸਟ ਟੂ ਮੀ ਡਿਡਨਟ ਹੈਵ ਫੀਟ। ਠੀਕ ਹੈ, ਤਾਂ ਇਹਦਾ ਮਤਲਬ ਇਹ ਹੈ ਕਿ ਮੈਂ ਤਾਂ ਤੱਕ ਰੋ ਰਿਹਾ ਸੀ ਕਿ ਆਈ ਡੋਂਟ ਹੈਵ ਅ ਨਿਊ ਪੇਅਰ ਆਫ ਸ਼ੂਜ਼, ਮੇਰੇ ਕੋਲ ਨਿਊ ਪੇਅਰ ਆਫ ਸ਼ੂਜ਼ ਨਹੀਂ ਹੈਗਾ, ਮੇਰੇ ਕੋਲ ਨਵੇਂ ਜੋੜੇ ਨਹੀਂ ਹਨ ਪਾਉਣ ਲਈ, ਅਤੇ ਮੈਂ ਬਹੁਤ ਰੋ ਰਿਹਾ ਸੀ। ਬਟ ਮੈਨੂੰ ਫਿਰ ਉਸ ਟਾਈਮ ਮੈਨੂੰ ਨਾਲ ਵਾਲਾ ਜੋ ਮੇਰਾ ਬੰਦਾ ਸੀ ਉਹਦੇ ਉੱਪਰ ਨਜ਼ਰ ਗਈ, ਅਤੇ ਉਹਦਾ ਇੱਕ ਪੈਰ ਹੀ ਨਹੀਂ ਸੀ। ਅਤੇ ਹਮੇਸ਼ਾ ਆਪਾਂ ਕੀ ਕਰਦੇ ਹਾਂ, ਆਪਾਂ ਆਪਣੇ ਤੋਂ ਉੱਪਰ ਵਾਲੇ ਨੂੰ ਵੇਖਦੇ ਹਾਂ ਕਿ ਇਹਦੇ ਕੋਲ ਇਹ ਹੈ, ਇਹਦੇ ਕੋਲ ਇਹ ਵਾਲੀ ਚੀਜ਼ ਹੈ, ਇਹਦੇ ਕੋਲ ਇਹ ਗੱਡੀ ਹੈ। ਐਂਡ ਦੂਜੇ ਦੀ ਗੱਡੀ, ਦੂਜੇ ਦੀ ਸਕਸੈਸ, ਦੂਜੇ ਦਾ ਕੁਝ ਵੀ ਹੋਵੇ, ਛੋਟੀ ਮੋਟੀ ਚੀਜ਼, ਉਹਦੇ ਕੋਲ ਇੱਕ ਕਲਮ ਵੀ ਆ ਜਾਵੇ ਨਾ ਨਵੀਂ, ਤਾਂ ਸਾਡੇ ਲਈ, ਸਾਡੇ ਘਰ ਦੇ ਲਈ ਉਹ ਬਹੁਤ ਜ਼ਿਆਦਾ ਪਰੇਸ਼ਾਨੀ ਬਣ ਜਾਏਗੀ। ਇਹਦੇ ਕੋਲ ਕਿਉਂ ਹੋ ਗਿਆ, ਮੇਰੇ ਕੋਲ ਕਿਉਂ ਨਹੀਂ ਹੋਇਆ? ਵੀ ਬਿਕਮ ਵੈਰੀ ਜੈਲਸ। ਅਤੇ ਜੈਲਸੀ, ਐਂਡ ਮੈਂ ਪਹਿਲਾਂ ਕੁਐਸਚਨ ਵਿੱਚ ਹੀ ਤੁਹਾਨੂੰ ਕਿਹਾ ਕਿ ਸੈਟਿਸਫੈਕਸ਼ਨ ਨਾ ਹੋਣੀ, ਦੂਜੇ ਨੂੰ ਵੇਖ ਕੇ ਜਲਣਾ, ਆਪਣੇ ਉੱਪਰ ਕੌਨਫੀਡੈਂਸ ਨਾ ਰੱਖਣਾ ਕਿ ਨਹੀਂ ਮੇਰੇ ਕੋਲ ਵੀ ਮੇਰੀ ਮਿਹਨਤ ਦੇ ਅਕੋਰਡਿੰਗ ਇਹ ਚੀਜ਼ ਆ ਸਕਦੀ ਹੈ। ਐਂਡ ਵੀ ਆਰ ਇੰਡਲਜਿੰਗ ਇਨ ਟੂ ਸ਼ਾਰਟਕਟਸ ਵਿਦ ਇਹਦਾ ਮਤਲਬ ਇਹ ਹੈ ਕਿ ਸਾਨੂੰ ਲੱਗਦਾ ਹੈ ਕਿ ਹਰ ਇੱਕ ਚੀਜ਼ ਸਾਡੇ ਕੋਲ ਆਸਾਨੀ ਨਾਲ ਆ ਜਾਏਗੀ, ਬਹੁਤ ਈਜ਼ੀ, ਐਵਰੀਥਿੰਗ ਵਿਲ ਬੀ ਵੈਰੀ ਈਜ਼ੀ। ਆਪਾਂ ਹਾਰਡ ਵਰਕ ਨਹੀਂ ਕਰ ਰਹੇ, ਜਿਹਦੇ ਕਰਕੇ ਸਾਡੀ ਲਾਈਫ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਜੋ ਨੇ ਉਹ ਨੁਕਸਾਨਦੇਹ ਪ੍ਰੂਵ ਹੁੰਦੀ ਨੇ ਐਟ ਦ ਲਾਸਟ ਸਟੇਜ।
ਕਿਉਂਕਿ ਆਪਾਂ ਹਰ ਇੱਕ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਕੌਨਸ਼ੀਅਸ ਹੋ ਚੁੱਕੇ ਹਾਂ ਕਿ ਸਾਡੇ ਕੋਲ ਇੱਕਦਮ ਪੈਸਾ ਆਵੇ, ਸਾਡੇ ਕੋਲ ਇੱਕਦਮ ਇਹ ਚੀਜ਼ ਆਵੇ, ਜੋ ਵੀ ਚੀਜ਼ ਆਪਾਂ ਵੇਖ ਰਹੇ ਵੀ ਵਾਂਟਡ ਦ ਨੈਕਸਟ ਡੇ। ਅਤੇ ਹਮੇਸ਼ਾ ਮੈਂ ਇਹਦੇ ਲਈ ਇਹੋ ਰਿਕੁਐਸਟ ਕਰਦੀ ਹਾਂ ਕਿ ਗੁਰਬਾਣੀ ਪੜ੍ਹੋ, ਕਿਉਂਕਿ ਜਦੋਂ ਆਪਾਂ ਵਾਹਿਗੁਰੂ ਜੀ ਨਾਲ ਕਨੈਕਟਡ ਹੁੰਦੇ ਹਾਂ, ਹਮੇਸ਼ਾ ਗੁਰੂ ਸਾਹਿਬ ਜੀ ਨਾਲ ਜਦੋਂ ਆਪਾਂ ਕਨੈਕਟਡ ਹੁੰਦੇ ਹਾਂ, ਸਾਡੀ ਲਾਈਫ ਦੇ ਵਿੱਚ ਐਸੀ ਕੋਈ ਵੀ ਚੀਜ਼ ਨਹੀਂ ਜੋ ਸਾਨੂੰ ਨਹੀਂ ਮਿਲਦੀ, ਜੋ ਸਾਡੇ ਲਈ ਅੱਛੀ ਹੋਵੇਗੀ। ਹੁਣ ਆਪਾਂ ਵਾਹਿਗੁਰੂ ਜੀ ਤੋਂ ਉਹ ਮੰਗੀਏ ਜੋ ਸਾਡੇ ਲਈ ਬਿਲਕੁਲ ਹਾਨੀਕਾਰਕ ਹੈ, ਵਾਹਿਗੁਰੂ ਜੀ ਕਿੱਥੋਂ ਦੇ ਦੇਣਗੇ? ਵਾਹਿਗੁਰੂ ਜੀ ਆਲਵੇਜ਼ ਵਾਂਟਸ ਟੂ ਪ੍ਰੋਟੈਕਟ ਹਿਸ ਚਿਲਡਰਨ, ਹੈ ਨਾ। ਅਤੇ ਮੈਨੂੰ ਲੱਗਦਾ ਹੈ ਕਿ ਜਦੋਂ ਆਪਾਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਹਮੇਸ਼ਾ ਉਹਨਾਂ ਦੇ ਅੱਗੇ ਅਰਦਾਸ ਕਰਕੇ ਚੱਲਦੇ ਹਾਂ, ਤਾਂ ਸਾਡੇ ਲਾਈਫ ਦੇ ਵਿੱਚ ਕੋਈ ਵੀ ਚੀਜ਼ ਸਾਨੂੰ ਨੁਕਸਾਨ ਨਹੀਂ ਦਿੰਦੀ, ਕਿਉਂਕਿ ਗੁਰੂ ਸਾਹਿਬ ਸਾਡੀ ਹਮੇਸ਼ਾ ਰੱਖਿਆ ਕਰਦੇ ਨੇ ਉਸ ਚੀਜ਼ ਤੋਂ, ਹੈ ਨਾ। ਅਤੇ ਇਸ ਕਰਕੇ ਵਾਟ ਆਈ ਮੈਂਟ ਟੂ ਸੇਜ਼ ਕਿ ਇਟ ਇਜ਼ ਓਨਲੀ ਨੀਡਡ ਕਿ ਆਪਾਂ ਹਮੇਸ਼ਾ ਸੈਟਿਸਫੈਕਸ਼ਨ ਲੱਭੀਏ ਆਪਣੇ ਤੋਂ, ਉਹਨਾਂ ਲੋਕਾਂ ਨੂੰ ਦੇਖੀਏ ਜਿਨ੍ਹਾਂ ਦੇ ਕੋਲ ਉਹਨਾਂ ਵੀ ਨਹੀਂ ਹੈ ਜਿੰਨਾ ਸਾਡੇ ਕੋਲ ਹੈ, ਅਤੇ ਹਮੇਸ਼ਾ ਥੈਂਕਫੁਲ ਐਂਡ ਗ੍ਰੇਟਫੁਲ ਰਹੀਏ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀਏ ਐਂਡ ਹਮੇਸ਼ਾ ਆਪਟਿਮਿਸਟਿਕ ਰਹੀਏ, ਬਹੁਤ ਪੋਜ਼ੀਟਿਵ ਰਹੀਏ, ਕਿਉਂਕਿ ਪੋਜ਼ੀਟਿਵ ਰਹਿਣਾ ਬਹੁਤ ਇੰਪੋਰਟੈਂਟ ਹੈ। ਪੋਜ਼ੀਟਿਵ ਰਹਿਣ ਦੇ ਨਾਲ ਸਾਡਾ ਆਲਾ ਦੁਆਲਾ ਸਾਡਾ ਇਨਵਾਇਰਮੈਂਟ ਜੋ ਹੈ ਉਹ ਬਹੁਤ ਅੱਛਾ ਰਹਿੰਦਾ ਹੈ, ਐਂਡ ਸਾਡੇ ਆਸ-ਪਾਸ ਦੇ ਲੋਕ ਵੀ ਖੁਸ਼ ਰਹਿੰਦੇ ਨੇ, ਸਾਡਾ ਸੋਲ ਵੀ ਖੁਸ਼ ਰਹਿੰਦਾ ਹੈ। ਆਪਾਂ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਸ਼ਲੋਕ ਮਹੱਲਾ 9 ਦੇ ਵਿੱਚ ਪੜ੍ਹਦੇ ਹਾਂ ਕਿ ਨਰ ਚਾਹਤ ਕਛੋਰ ਔਰਾ ਕੇ ਔਰੇ ਪਈ, ਵਿਚ ਮੀਨਸ ਕਿ ਆਪਾਂ ਸੋਚਦੇ ਕੁਝ ਹੋਰ ਹਾਂ, ਆਪਾਂ ਕੁਝ ਹੋਰ ਡਿਜ਼ਾਇਰ ਕਰਦੇ ਹਾਂ, ਬਟ ਗੁਰੂ ਸਾਹਿਬ ਨੇ ਕੁਝ ਹੋਰ ਲਿਖਿਆ ਹੁੰਦਾ ਹੈ। ਐਂਡ ਜੋ ਗੁਰੂ ਸਾਹਿਬ ਸਾਡੇ ਲਈ ਪਲਾਨ ਕਰਦੇ ਨੇ, ਜੋ ਉਹ ਸਾਡੇ ਲਈ ਡਿਜ਼ਾਈਨ ਕਰਦੇ ਨੇ, ਦੈਟ ਇਜ਼ ਵੈਰੀ ਇੰਪੋਰਟੈਂਟ ਐਂਡ ਉਹ ਜ਼ਿਆਦਾ ਸਪੈਸ਼ਲ ਹੁੰਦਾ। ਮੈਂ ਹਮੇਸ਼ਾ ਇੱਕ ਚੀਜ਼ ਮੈਂ ਸੁਣੀ ਸੀ, ਉਹਦੇ ਵਿੱਚ ਇਹ ਸੀ ਕਿ ਕਿਸਮਤ ਦਾ ਲਿਖਿਆ ਹਮੇਸ਼ਾ ਹੁੰਦਾ ਹੈ, ਠੀਕ ਹੈ, ਆਪਾਂ ਮੰਨਦੇ ਹਾਂ ਕਿ ਕਿਸਮਤ ਹੈ, ਬਟ ਲਾਈਫ ਇਜ਼ ਲਾਈਕ ਅ ਰਿਮੋਟ ਕੰਟਰੋਲ ਗੇਮ, ਜਿਹਦੇ ਵਿੱਚ ਸੌਫਟਵੇਅਰ ਜੋ ਹੈ ਉਹ ਆਲਰੇਡੀ ਉੱਥੇ ਪਿਆ ਹੋਇਆ ਹੈ ਨਾ। ਵੀਡੀਓ ਕੰਟਰੋਲ ਗੇਮ ਜੋ ਹੈ, ਰਿਮੋਟ ਕੰਟਰੋਲ ਗੇਮ, ਵੀਡੀਓ ਗੇਮ, ਉਹਦੇ ਵਿੱਚ ਆਲਰੇਡੀ ਸੌਫਟਵੇਅਰ ਇੰਸਟਾਲ ਕੀਤਾ ਹੁੰਦਾ ਹੈ। ਵਾਟ ਇਜ਼ ਇਨ ਯੂਰ ਹੈਂਡਸ ਆਰ ਦੋਜ਼ ਬਟਨਸ ਓਨਲੀ, ਠੀਕ ਹੈ। ਜਦੋਂ ਤੁਸੀਂ ਬਟਨਸ ਨੂੰ ਸਹੀ ਚਲਾਉਂਦੇ ਹੋ ਤਾਂ ਯੂ ਵਿਨ ਦਾ ਗੇਮ ਔਰ ਯੂ ਲੂਜ਼ ਦਾ ਗੇਮ। ਬਾਕੀ ਸੌਫਟਵੇਅਰ ਜੋ ਹੈ ਉਹਦੇ ਉਲਟ ਜਾ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਤਾਂ ਉਹ ਸੌਫਟਵੇਅਰ ਜੋ ਹੈ ਪਰਮਾਤਮਾ ਨੇ ਇੰਸਟਾਲ ਕੀਤਾ ਹੈ ਸਾਡੀ ਲਾਈਫ ਦੇ ਵਿੱਚ, ਸਾਡੀ ਜੋ ਕਿਸਮਤ ਹੈ ਉਹ ਆਲਰੇਡੀ ਹੈ, ਪ੍ਰੀ ਡੈਸਟਿਨਡ ਹੈ ਉਹ ਸਭ ਕੁਝ, ਬਟ ਤੁਸੀਂ ਉਹਨੂੰ ਕਿਸ ਤਰ੍ਹਾਂ ਚੇਂਜ ਕਰ ਸਕਦੇ ਹੋ? ਆਪਣੇ ਹਾਰਡ ਵਰਕ ਨਾਲ, ਆਪਣੀ ਅੱਛੀ ਇੰਟੈਂਸ਼ਨਸ ਦੇ ਨਾਲ, ਆਪਣੀ ਪ੍ਰੇਅਰਸ, ਆਪਣੀ ਅਰਦਾਸ ਦੇ ਨਾਲ। ਇਸ ਕਰਕੇ ਦੋਏ ਕਰ ਜੋੜ ਕਰੋ ਅਰਦਾਸ ਤੁਝ ਭਾਵੈ ਤਾਂ ਆਣੇ ਰਾਸ, ਵਿਚ ਮੀਨਸ ਕਿ ਮੈਂ ਹੱਥ ਜੋੜ ਕੇ ਅਰਦਾਸ ਤਾਂ ਪਰਮਾਤਮਾ ਜੀ ਤੁਹਾਡੇ ਅੱਗੇ ਕਰ ਰਹੀ ਹਾਂ ਜਾਂ ਕਰ ਰਿਹਾ ਹਾਂ, ਬਟ ਜੇਕਰ ਤੁਹਾਨੂੰ ਉਹ ਚੀਜ਼ ਅੱਛੀ ਲੱਗੇ, ਤੁਹਾਨੂੰ ਉਹ ਰਾਸ ਆਵੇ, ਤਾਂ ਤੁਸੀਂ ਉਹ ਪੂਰੀ ਕਰਿਓ, ਅਦਰਵਾਈਜ਼ ਲੈਟ ਇਟ ਗੋ। ਆਪਣੇ ਦਿਮਾਗ ਦੇ ਵਿੱਚ ਉਹ ਚੀਜ਼ ਕਰ ਦਿਓ। ਬਾਕੀ ਅਗਰ ਤੁਹਾਡੀ ਇੰਟੈਂਸ਼ਨਸ ਅੱਛੀ ਹੋਣਗੀਆਂ, ਸੱਚ ਵਿੱਚ ਤੁਸੀਂ ਉਸ ਚੀਜ਼ ਲਈ ਉਹਨਾਂ ਐਫਰਟ ਪਾ ਰਹੇ ਹੋ, ਸਿੰਸੀਅਰ ਹੋ ਤੁਸੀਂ ਬਹੁਤ ਜ਼ਿਆਦਾ, ਤਾਂ ਗੁਰੂ ਸਾਹਿਬ ਤੁਹਾਨੂੰ ਆਟੋਮੈਟਿਕਲੀ ਉਹ ਚੀਜ਼ ਜ਼ਰੂਰ ਦੇਣਗੇ। ਅੱਗੇ ਵਧਦੇ ਹਾਂ। ਪੋਲੀਟੀਕਲ ਜਾਂ ਇੰਟਰ ਰਿਲੀਜੀਅਸ ਕੰਡੀਸ਼ਨਸ ਵਿੱਚ ਇੱਕ ਇਨਸਾਨ ਦੀ ਜ਼ਿੰਦਗੀ 'ਤੇ ਪ੍ਰਭਾਵ ਪਾਉਂਦੇ ਹਨ, ਇਸ ਨੂੰ ਆਪ ਕਿਸ ਤਰ੍ਹਾਂ ਜਾਣਦੇ ਹੋ? ਪੋਲੀਟੀਕਲ ਐਂਡ ਇੰਟਰ ਰਿਲੀਜੀਅਸ ਕੰਡੀਸ਼ਨਸ, ਠੀਕ ਹੈ, ਸਾਡੇ ਅੱਗੇ ਪਿੱਛੇ ਜਿਵੇਂ ਮੈਂ ਹੁਣੇ ਕਿਹਾ, ਜਦ ਤੁਹਾਡਾ ਇਨਵਾਇਰਮੈਂਟ ਆਪਟਿਮਿਸਟਿਕ ਹੋਏਗਾ, ਯੂ ਵਿਲ ਬੀ ਵੈਰੀ ਹੈਪੀ, ਯੂ ਵਿਲ ਕੰਟਰੀਬਿਊਟ ਵੈਰੀ ਨਾਈਸਲੀ ਟੂਵਰਡਸ ਦ ਸੁਸਾਇਟੀ। ਤੁਸੀਂ ਬਹੁਤ ਅੱਛੇ ਤਰੀਕੇ ਨਾਲ ਆਪਣਾ ਫੁੱਲ ਐਫਰਟ ਦੋਗੇ, ਆਪਣੇ ਸਿੰਸੀਅਰ ਐਫਰਟਸ ਦੋਗੇ ਦੇ ਲਈ। ਇਹ ਜੋ ਸਾਡੀ ਇੰਟਰ ਰਿਲੀਜੀਅਸ ਕੰਡੀਸ਼ਨਸ ਨੇ, ਸਾਡੇ ਆਸ-ਪਾਸ ਜੋ ਇਨਵਾਇਰਮੈਂਟ ਹੈ, ਜਿਵੇਂ ਮੈਂ ਕਿਹਾ ਕਿ ਉਹ ਆਪਟਿਮਿਸਟਿਕ ਹੋਣਾ ਚਾਹੀਦਾ, ਤਾਂ ਤੁਸੀਂ ਆਪਟਿਮਿਸਟਿਕ ਰਹਿ ਸਕਦੇ ਹੋ, ਯੂ ਕੈਨ ਕੰਟਰੀਬਿਊਟ ਵੈਰੀ ਨਾਈਸਲੀ ਟੂਵਰਡਸ ਦ ਸੁਸਾਇਟੀ। ਬਟ ਜਦੋਂ ਉਹ ਨਹੀਂ ਹੁੰਦਾ ਤਾਂ ਤੁਸੀਂ ਹਮੇਸ਼ਾ ਰਿਪਰੈਸਡ, ਓਪਰੈਸਡ, ਪਰੇਸ਼ਾਨ, ਡਿਪਰੈਸਡ ਰਹਿੰਦੇ ਹੋ। ਜਿਵੇਂ ਆਪਾਂ ਅਗਰ ਗੱਲ ਕਰੀਏ ਕਸ਼ਮੀਰ ਦੀ, ਤਾਂ ਆਪਾਂ ਦੇਖਦੇ ਹਾਂ ਕਿ ਕਿੰਨੇ ਸਾਲ ਇੱਥੇ ਕਸ਼ਮੀਰੀ ਸਿੱਖ ਜੋ ਨੇ ਉਹ ਰਹਿ ਰਹੇ ਨੇ, ਕਿਸ ਟਾਈਮ ਤੋਂ, ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ, ਉਸ ਤੋਂ ਪਹਿਲਾਂ ਵੀ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਜੋ ਨੇ ਉਹ ਇੱਥੇ ਵਸੇ ਨੇ। ਉਹਨਾਂ ਨੇ ਆਪਣਾ ਜੋ ਰਿਲੀਜਨ ਹੈ ਉਹ ਸਿੱਖੀ ਨੂੰ ਅਪਣਾਇਆ ਉਹਨਾਂ ਨੇ। ਤਾਂ ਹੁਣ ਆਪਾਂ ਕੁਝ ਲਾਸਟ ਈਅਰਸ 10-15 ਈਅਰਸ ਦੇ ਵਿੱਚ ਦੇਖ ਰਹੇ ਹਾਂ ਗਰੂਮਿੰਗ ਦੀ ਜੋ ਕੇਸਿਸ ਸਾਡੇ ਸਾਹਮਣੇ ਆ ਰਹੇ ਨੇ। ਉਹਨਾਂ ਨੇ ਬਚਪਨ ਤੋਂ ਹੀ ਉਹਨਾਂ ਨੂੰ ਇੰਨਾ ਗਰੂਮ ਕੀਤਾ ਹੋਇਆ ਸੀ, ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਦੇ ਬ੍ਰੇਨ ਦੇ ਉੱਪਰ ਅਸਰ ਪਾਇਆ। ਕਿਉਂਕਿ ਹਮੇਸ਼ਾ ਮੈਂ ਗੁਰਦੁਆਰਾ ਸਟੇਜਸ ਤੋਂ ਵੀ ਇਹ ਚੀਜ਼ ਕਹੀ ਹੈ ਕਿ ਜਦੋਂ ਤੁਹਾਡੇ ਬੱਚੇ ਤੁਹਾਡੇ ਧਰਮ ਦੇ ਵਿੱਚ, ਸਿੱਖੀ ਦੇ ਵਿੱਚ ਪਰਪੱਕ ਨਹੀਂ ਨੇ, ਤਾਂ ਅਫਕੋਰਸ ਉਹ ਕਨਵਰਟ ਹੋਣਗੇ, ਉਹਨਾਂ ਦੇ ਚਾਂਸਿਸ ਨੇ ਉਹ ਕਨਵਰਟ ਹੋਣਗੇ। ਕਿਉਂਕਿ ਜੋ ਲੋਕ ਨੇ ਉਹ ਵੀ ਇਹੋ ਚੀਜ਼ ਲੱਭਦੇ ਨੇ ਕਿ ਵਾਟ ਵੀ ਹੈਵ ਟੂ ਡੂ ਇਜ਼ ਵੀ ਹੈਵ ਟੂ ਗੈਟ ਸੌਫਟ ਟਾਰਗੇਟਸ। ਉਹਨਾਂ ਟਾਰਗੇਟਸ ਨੂੰ ਲੱਭਣਾ ਹੈ ਜੋ ਕਿ ਈਜ਼ੀਲੀ ਸਾਡੀਆਂ ਗੱਲਾਂ ਦੇ ਵਿੱਚ ਆ ਜਾਣ, ਜੋ ਈਜ਼ੀਲੀ ਮੈਨੀਪੂਲੇਟ ਹੋ ਜਾਣ। ਅਤੇ ਉਹ ਐਸੇ ਹੀ ਬੰਦਿਆਂ ਨੂੰ ਲੱਭਦੇ ਨੇ, ਐਸੀ ਲੜਕੀਆਂ ਨੂੰ ਲੱਭਦੇ ਨੇ। ਪਹਿਲਾਂ ਤਾਂ ਉਹਨਾਂ ਨੂੰ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਦੇ ਨਾਲ ਲਵ ਗੇਮਸ ਰਚਾਉਂਦੇ ਨੇ, ਅਫੇਅਰਸ ਰਚਾਉਂਦੇ ਨੇ, ਉਸ ਦੇ ਬਾਅਦ ਉਹਨਾਂ ਨੂੰ ਯੂਜ਼ ਕਰਦੇ ਨੇ, ਚਾਹੇ ਉਹ ਫਿਜ਼ੀਕਲੀ ਯੂਜ਼ ਕਰਨਾ ਹੋਵੇ, ਮੈਂਟਲੀ ਹਰਾਸ ਕਰਨਾ ਹੋਵੇ, ਅਬਿਊਜ਼ ਕਰਨਾ ਹੋਵੇ, ਬਲੈਕਮੇਲ ਕਰਨਾ ਹੋਵੇ, ਫਿਰ ਉਹ ਤੋਂ ਬਾਅਦ ਉਹਨਾਂ ਨੂੰ ਤੋਂ ਕਨਵਰਟ ਕਰਾ ਦਿੰਦੇ ਨੇ। ਅਤੇ ਦਿਸ ਇਜ਼ ਆਲ ਗਰੂਮਿੰਗ ਵਿਚ ਸਟਾਰਟਸ ਫਰੋਮ ਅ ਵੈਰੀ ਯੰਗ ਏਜ, ਟੀਨੇਜ ਤੋਂ ਵੀ ਇਹ ਚੀਜ਼ ਸਟਾਰਟ ਹੁੰਦੀ ਹੈ। ਅਤੇ ਇਹਦੇ ਵਿੱਚ ਮੈਂ ਕਹਾਂਗੀ ਕਿ ਪੇਰੈਂਟਸ ਦਾ ਵੀ ਜੋ ਫਰਜ਼ ਹੈ ਉਹ ਇਹ ਹੈ ਕਿ ਆਪਣੇ ਬੱਚਿਆਂ ਦੀ, ਲੜਕਿਆਂ ਦੀ ਵੀ ਅਤੇ ਲੜਕੀਆਂ ਦੀ, ਦੋਵਾਂ ਦੀ ਪਰਵਰਿਸ਼ ਜੋ ਹੈ ਉਹ ਅੱਛੇ ਤਰੀਕੇ ਨਾਲ ਕਰਨ। ਵਿਦਿਆਲਿਆਂ ਦੇ ਵਿੱਚ ਜੋ ਬੱਚੇ ਜਾ ਰਹੇ ਨੇ ਉਹ ਅੱਛੇ ਤਰੀਕੇ ਨਾਲ ਉੱਥੇ ਸਿੰਸੀਅਰ ਐਫਰਟਸ ਲਾ ਕੇ ਪੜ੍ਹਨ।
ਐਂਡ ਗੁਰਬਾਣੀ, ਗੁਰ ਇਤਿਹਾਸ, ਸਿੱਖ ਰਹਿਤ ਮਰਿਆਦਾ ਵਿਚ ਮੀਨ ਸਿੱਖ ਕੋਡ ਆਫ ਕੰਡਕਟ, ਉਹਦੇ ਬਾਰੇ ਜਾਣੂ ਹੋਣ, ਵਿਚ ਵਿਲ ਹੈਲਪ them ਕਿ ਉਹ ਐਸੀ ਕੰਡੀਸ਼ਨਸ ਤੋਂ ਬਾਹਰ ਨਿਕਲਣਗੇ। ਕਿਉਂਕਿ ਐਸੇ ਟਾਈਮ ਦੇ ਵਿੱਚ ਜਦੋਂ ਐਸੀ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਨੇ ਤਾਂ ਪੇਰੈਂਟਸ ਵੀ ਵੈਰੀਡ ਹੋ ਜਾਂਦੇ ਨੇ। ਮੈਨੂੰ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਦੇ ਉੱਪਰ ਜਦੋਂ ਠੱਲ ਪੈ ਜਾਂਦੀ ਹੈ ਤਾਂ ਸਿੱਖ ਬੀਬੀਆਂ ਅੱਛੇ ਤਰੀਕੇ ਨਾਲ ਆਪਣੇ ਕਾਲਜ, ਆਪਣੇ ਇੰਸਟੀਟਿਊਟਸ ਦੇ ਵਿੱਚ ਜਾ ਸਕਦੀਆਂ ਨੇ, ਜਿਹਦੇ ਲਈ ਮੈਨੂੰ ਲੱਗਦਾ ਹੈ ਕਿ ਰਿਲੀਜੀਅਸ ਕੰਡੀਸ਼ਨਸ, social conditions, educational conditions also put a adverse effect upon you if they are wrong, and a good effect on you if they are right. But what we personally want is ਕਿ ਸਾਡੇ ਘਰ ਦਾ ਮਾਹੌਲ ਜੋ ਹੈ ਨਾ, ਪਰਵਰਿਸ਼ ਕਰਨੀ ਬੀਬੀਆਂ ਦੀ ਜਾਂ ਮੁੰਡਿਆਂ ਦੀ ਪਰਵਰਿਸ਼ ਕਰਨੀ, that should be more important। ਤਾਂ ਜਾ ਕੇ ਜਦੋਂ ਅਸੀਂ ਉਸ ਤਰੀਕੇ ਨਾਲ ਕੋਪ ਕਰ ਸਕਦੇ ਹਾਂ, ਅਸੀਂ ਐਸੇ ਮਾਹੌਲ ਦੇ ਵਿੱਚ ਸਸਟੇਨ ਕਰ ਸਕਦੇ ਹਾਂ ਜਦੋਂ ਸਾਡੇ ਅੰਦਰ ਹੀ ਉਹ ਐਸੈਂਸ ਹੋਵੇ ਸਿੱਖੀ ਦਾ, ਗੁੱਡ ਮੋਰਲ ਗਰਾਊਂਡ, ਗੁੱਡ ਮੋਰਲ ਵੈਲਿਊਜ਼, that is must important। ਨੌਜਵਾਨ ਪੀੜ੍ਹੀ ਕਈ ਕਾਰਨਾਂ ਦੇ ਕਰਕੇ ਜੀਵਨ ਨੂੰ ਆਸਾਨ ਨਜ਼ਰੀਏ ਵਿੱਚ ਲੈ ਕੇ ਮੁਸ਼ਕਿਲ ਵਿੱਚ ਫਸ ਰਹੇ ਹਨ। ਆਪ ਜੀ ਕਿਵੇਂ ਸੋਚਦੇ ਹੋ ਇਸ ਨੂੰ ਹੈਂਡਲ ਕੀਤਾ ਜਾਵੇ? ਮੈਂ ਕਿਹਾ ਕਿ ਵੀ ਟੇਕ ਐਵਰੀਥਿੰਗ ਵੈਰੀ ਈਜ਼ੀ। ਆਪਾਂ ਹਮੇਸ਼ਾ ਸ਼ਾਰਟਕਟਸ ਲੱਭਦੇ ਹਾਂ ਕਿ ਆਪਾਂ ਕੋਈ ਚੀਜ਼ ਹੁਣੇ ਵੇਖੀ, ਵੀ ਵਾਂਟਡ ਦ ਨੈਕਸਟ ਡੇ, ਅਤੇ ਸਾਰੀ ਚੀਜ਼ਾਂ ਬਹੁਤ ਆਸਾਨ ਹੋ ਗਈਆਂ ਨੇ। ਫੈਮਿਲੀ ਤੋਂ ਦੂਰ ਹੁੰਦੇ ਜਾ ਰਹੇ ਹਾਂ ਹੁਣ, ਕੁਝ ਕਿਸੇ ਨੂੰ ਕਿਸੇ ਦਾ ਗਮ ਨਹੀਂ। ਵੀ ਹੈਵ ਬਿਕਮ ਵੈਰੀ ਸੈਲਫ ਸੈਂਟਰਡ, ਵੈਰੀ ਸੈਲਫਿਸ਼ ਪੀਪਲ। ਅਤੇ ਮੈਨੂੰ ਲੱਗਦਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਗੁਰੂ ਸਾਹਿਬ ਕਹਿੰਦੇ ਨੇ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਰਾ ਜੀਓ, ਵਿਚ ਮੀਨਸ ਆਪਾਂ ਸਾਰੇ ਹੀ ਸਾਂਝੇ ਹਾਂ। ਵੀ ਆਰ ਆਲ ਟੂਗੈਦਰ, ਵੀ ਆਰ ਵਨ ਕਮਿਊਨਿਟੀ, ਵੀ ਹੈਵ ਵਨ ਬ੍ਰਦਰਹੁੱਡ। ਅਤੇ ਮੈਨੂੰ ਲੱਗਦਾ ਜਦੋਂ ਆਪਾਂ ਇਹਨਾਂ ਬੇਸਿਕ ਮੋਰਲ ਗਰਾਊਂਡਸ ਤੋਂ ਦੂਰ ਹੋ ਜਾਂਦੇ ਹਾਂ ਨਾ, ਸਾਨੂੰ ਸਾਰੀ ਚੀਜ਼ਾਂ ਜੋ ਨੇ ਉਹ ਬਹੁਤ ਈਜ਼ੀ ਲੱਗਦੀ ਨੇ। ਵੀ ਹੈਵ ਅ ਸਿਲਵਰ ਸਪੂਨ। ਟੂਡੇਜ਼ ਕਿਡਸ ਦੇ ਆਰ ਬੋਰਨ ਵਿਦ ਅ ਸਿਲਵਰ ਸਪੂਨ ਇਨ ਦੇਅਰ ਮਾਊਥ, ਹੈ ਨਾ। ਬਚਪਨ ਤੋਂ ਹੀ ਉਹਨਾਂ ਨੂੰ ਤੁਸੀਂ ਬਹੁਤ ਜ਼ਿਆਦਾ ਪੈਂਪਰਡ ਰੱਖ ਰਹੇ ਹੋ, ਹਰ ਇੱਕ ਚੀਜ਼ ਉਹਨਾਂ ਨੂੰ ਈਜ਼ੀਲੀ ਅਵੇਲੇਬਲ ਕਰ ਰਹੇ ਹੋ। ਅਤੇ ਐਸੇ ਜੋ ਬੱਚੇ ਨੇ, ਹੈ ਨਾ, ਜਿਨ੍ਹਾਂ ਨੂੰ ਸਭ ਕੁਝ ਬਹੁਤ ਹੀ ਆਸਾਨੀ ਨਾਲ ਮਿਲ ਗਿਆ, ਉਹਨਾਂ ਦੀ ਲਾਈਫ ਦੇ ਵਿੱਚ ਜਦੋਂ ਕੋਈ ਵੀ ਡਿਫਿਕਲਟ ਸਰਕਮਸਟੈਂਸ ਆਉਂਦਾ, ਕੋਈ ਹਾਰਡਸ਼ਿਪ ਆਉਂਦੀ ਹੈ, ਉੱਥੇ ਉਹ ਜਾ ਕੇ ਫਸ ਜਾਂਦੇ ਨੇ। ਅਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਦੋਂ ਆਪਾਂ ਸਾਰੀ ਚੀਜ਼ਾਂ ਨੂੰ ਈਜ਼ੀ ਲੈ ਲੈਂਦੇ ਹਾਂ ਨਾ, ਵੀ ਆਲਵੇਜ਼ ਸੇ ਦੈਟ ਓਨਲੀ ਦਾ ਸਰਵਾਈਵਲ ਆਫ ਦਾ ਫਿਟੈਸਟ, ਹੈ ਨਾ, ਸਰਵਾਈਵਲ ਆਫ ਦਾ ਫਿਟੈਸਟ। ਅਤੇ ਜੇਕਰ ਸਾਨੂੰ ਫਿਟੈਸਟ ਬਣਨਾ ਹੈ ਨਾ, ਤਾਂ ਉਹਦੇ ਲਈ ਅਸੀਂ ਕੀ ਕਰਨਾ? ਸਭ ਤੋਂ ਪਹਿਲਾਂ ਤਾਂ ਆਪਣੇ ਅੰਦਰ ਵਾਲੇ ਸੈਲਫ ਨੂੰ ਵੀ ਹੈਵ ਟੂ ਗਿਵ ਦੈਟ ਸੋਲ, ਦਾ ਐਸੈਂਸ ਆਫ ਸਿੱਖੀ, ਗੁਰਬਾਣੀ, ਤਾਂ ਕਿ ਆਪਾਂ ਸਾਰੀ ਚੀਜ਼ਾਂ ਨੂੰ ਈਜ਼ੀ ਨਾ ਲਈਏ। ਸਾਡੀ ਫੈਮਿਲੀ ਨੂੰ ਈਜ਼ੀਲੀ ਲੈ ਕੇ ਲੈਟ ਗੋ ਕਰ ਦੇਣਾ। ਕੋਈ ਵੀ ਸਿਚੁਏਸ਼ਨ ਸਾਡੀ ਲਾਈਫ ਦੇ ਵਿੱਚ ਆਵੇ, ਸਾਡੀ ਫੈਮਿਲੀ ਰਿਲੇਟਡ, ਸਾਡੇ ਆਸ-ਪਾਸ ਦੇ ਰਿਲੇਸ਼ਨਸ਼ਿਪਸ ਨੂੰ ਲੈ ਕੇ, ਸਾਡੀ ਫਰੈਂਡਸ਼ਿਪਸ ਨੂੰ ਲੈ ਕੇ ਆਪਾਂ ਉਹਨੂੰ ਈਜ਼ੀਲੀ ਲੈਟ ਗੋ ਨਹੀਂ ਕਰ ਦਈਏ। ਸਾਨੂੰ ਰਿਸ਼ਤਿਆਂ ਨੂੰ, ਸਾਨੂੰ ਆਪਣੀ ਸਿੱਖੀ ਨੂੰ, ਸਾਨੂੰ ਸਾਡੇ ਮਾਤਾ ਪਿਤਾ ਨੂੰ ਸਾਂਭਣਾ, ਉਹਨਾਂ ਦੇ ਨਾਲ ਪਿਆਰ ਅਤੇ ਲਗਾਵ ਜੋ ਹੈ ਦੈਟ ਇਜ਼ ਵੈਰੀ ਇੰਪੋਰਟੈਂਟ। ਅਤੇ ਸਾਡੇ ਗੁਰੂ ਨਾਲ ਲਗਾਵ ਜੋ ਹੈ ਦੈਟ ਇਜ਼ ਵੈਰੀ ਇੰਪੋਰਟੈਂਟ। ਵੀ ਸ਼ੁੱਡ ਨਾਟ ਟੇਕ ਥਿੰਗਸ ਈਜ਼ੀ। ਹਰ ਇੱਕ ਚੀਜ਼ ਨੂੰ ਮਤਲਬ ਈਜ਼ੀ ਲੈਣਾ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਸਟ੍ਰੈਸ, ਮੈਂ ਇਹ ਨਹੀਂ ਕਹਿ ਰਹੀ ਕਿ ਤੁਸੀਂ ਸਟ੍ਰੈਸਡ ਹੋ ਕੇ ਰਹੋ, ਤੁਸੀਂ ਹਮੇਸ਼ਾ ਪਰੇਸ਼ਾਨ ਰਹੋ, ਬਟ ਮੈਂ ਇਹ ਵੀ ਕਹਿ ਰਹੀ ਹਾਂ ਕਿ ਬਸ ਈਜ਼ੀਲੀ ਹਰ ਇੱਕ ਚੀਜ਼ ਨੂੰ ਲੈਟ ਗੋ ਕਰ ਦੇਣਾ, ਸਿੰਸੀਅਰ ਐਫਰਟਸ ਨਾ ਲਗਾਉਣੇ, ਮਿਹਨਤ ਨਾ ਕਰਨੀ, ਦੈਟ ਇਜ਼ ਆਲਸੋ ਨਾਟ ਅ ਸੋਲਿਊਸ਼ਨ ਟੂ ਦਿਸ ਪ੍ਰੋਬਲਮ। ਰੂਹਾਨੀਅਤ, ਸਪਿਰਿਚੁਅਲਿਟੀ ਨੂੰ ਅੰਦਰ ਵਸਾਉਣਾ ਬਹੁਤ ਇੰਪੋਰਟੈਂਟ ਹੈ। ਜਿਵੇਂ ਸਾਡੇ ਸਰੀਰ ਲਈ ਭੋਜਨ ਬਹੁਤ ਜ਼ਿਆਦਾ ਜ਼ਰੂਰੀ ਹੈ, ਫੂਡ ਇਜ਼ ਵੈਰੀ ਐਸੈਂਸ਼ੀਅਲ ਫॉर ਆਰ ਸਸਟੇਨੈਂਸ, ਫॉर ਆਰ ਬੋਡੀ, ਐਵੇਂ ਹੀ ਜੋ ਗੁਰਬਾਣੀ ਹੈ, ਸਪਿਰਿਚੁਅਲਿਟੀ ਹੈ, ਉਹ ਸਾਡੀ ਸੋਲ ਦਾ ਭੋਜਨ ਹੈ। ਦੈਟ ਇਜ਼ ਵੈਰੀ ਨੈਸੈਸਰੀ ਫॉर ਆਰ ਸੋਲ। ਕਿਉਂਕਿ ਸਾਡੇ ਮੋਰਲ ਗਰਾਊਂਡਸ ਨੂੰ ਸਟਰੋਂਗ ਕਰਨ ਦੇ ਲਈ, ਜੋ ਮੈਂ ਵਾਰ-ਵਾਰ ਕਹਿੰਦੀ ਹਾਂ, ਵਾਰ-ਵਾਰ ਕਹਿ ਵੀ ਰਹੀ ਹਾਂ, ਸਾਡੇ ਮੋਰਲ ਗਰਾਊਂਡਸ ਨੂੰ ਸਟਰੋਂਗ ਕਰਨ ਲਈ, ਸਾਡੇ ਕੌਨਸ਼ੀਅੰਸ ਨੂੰ ਅਵੇਕਨ ਕਰਨ ਲਈ, ਸਾਡੇ ਅੰਦਰ ਦੇ ਜ਼ਮੀਰ ਨੂੰ ਜਗਾਉਣ ਲਈ, ਇਟ ਇਜ਼ ਵੈਰੀ ਇੰਪੋਰਟੈਂਟ। ਸਾਡੇ ਸੋਲ ਨੂੰ ਫੀਡ ਕਰਨ ਲਈ ਅਸੀਂ ਹਮੇਸ਼ਾ ਅੱਛੇ ਕੰਮ ਕਰੀਏ, ਕਿਸੇ ਗਲਤ ਚੀਜ਼ ਦੇ ਵਿੱਚ, ਡਰੱਗਸ ਦੇ ਵਿੱਚ, ਕਿਸੇ ਸੋਸ਼ਲ ਕ੍ਰਾਈਮਸ ਦੇ ਵਿੱਚ ਇੰਡਲਜ ਨਾ ਹੋ ਜਾਈਏ। ਉਹਦੇ ਲਈ ਉਹ ਬਹੁਤ ਜ਼ਿਆਦਾ ਐਸੈਂਸ਼ੀਅਲ ਹੈ। ਐਂਡ ਸਿੱਖੀ ਸਰੂਪ ਦੇ ਵਿੱਚ ਸਜੇ ਰਹੀਏ, ਰਹਿਤ ਮਰਿਆਦਾ ਨੂੰ, ਸਿੱਖ ਕੋਡ ਆਫ ਕੰਡਕਟ ਨੂੰ ਫੋਲੋ ਕਰੀਏ। ਸਾਨੂੰ ਸਾਡੀ ਹਿਸਟਰੀ ਦਾ ਪਤਾ ਹੋਵੇ, ਉਸ ਗੌਰਵਮਈ ਹਿਸਟਰੀ 'ਤੇ ਸਾਨੂੰ ਮਾਣ ਹੋਵੇ। ਇਹਨਾਂ ਸਭ ਚੀਜ਼ਾਂ ਲਈ ਸਾਨੂੰ ਸਪਿਰਿਚੁਅਲਿਟੀ ਵਾਲਾ ਜੋ ਪੱਖ ਹੈ, ਜਿਵੇਂ ਮੈਂ ਕਹਿ ਰਹੀ ਹਾਂ ਕਿ ਇਟ ਇਜ਼ ਵੈਰੀ ਇੰਪੋਰਟੈਂਟ ਕਿ ਆਪਾਂ ਆਪਣੇ ਬੱਚਿਆਂ ਨੂੰ ਐਜੂਕੇਟ ਕਰੀਏ, ਉਹਨਾਂ ਨੂੰ ਅੱਛੀ ਤੋਂ ਅੱਛੀ ਐਜੂਕੇਸ਼ਨ ਦਈਏ, ਉਹ ਅੱਛੇ ਸਿਟੀਜ਼ਨਸ ਬਣਨ ਸੋਸਾਇਟੀ ਦੇ। ਬਟ ਜਿੱਥੇ ਇਟ ਇਜ਼ ਵੈਰੀ ਨੈਸੈਸਰੀ ਦੈਟ ਵਰਲਡਲੀ ਐਜੂਕੇਸ਼ਨ ਇਜ਼ ਇੰਪੋਰਟੈਂਟ, ਇਟ ਇਜ਼ ਆਲਸੋ ਨੈਸੈਸਰੀ ਦੈਟ ਦ ਰਿਲੀਜੀਅਸ ਐਜੂਕੇਸ਼ਨ, ਦ ਸਪਿਰਿਚੁਅਲ ਐਜੂਕੇਸ਼ਨ is also important, ਤਾਂ ਕਿ ਆਪਾਂ ਆਪਣਾ ਕੈਰੈਕਟਰ, ਕਿਉਂਕਿ ਐਜੂਕੇਸ਼ਨ ਸਟਾਰਟਸ ਫਰੋਮ ਕ੍ਰੈਡਲ ਐਂਡ ਲਾਸਟ ਅਪ ਟੂ ਗ੍ਰੇਵ। ਮਤਲਬ ਜਦੋਂ ਇੱਕ ਬੱਚਾ ਪਾਲਣੇ ਦੇ ਵਿੱਚ ਹੁੰਦਾ ਹੈ ਜਾਂ ਕਸੀਟੀ ਕਰ ਰਿਹਾ, ਉਹ ਉਦੋਂ ਸਟਾਰਟ ਹੁੰਦੀ ਹੈ, ਸਾਡੇ ਗ੍ਰੇਵ ਤੱਕ ਉਹ ਲਾਸਟ ਕਰਦੀ ਹੈ। ਲਿਟਰੇਟ ਹੋਣਾ ਇੱਕ ਅਲੱਗ ਗੱਲ ਹੈ ਕਿ ਤੁਹਾਨੂੰ ABCD ਪੜ੍ਹਨੀ ਆ ਗਈ, ਤੁਹਾਨੂੰ ਪੰਜਾਬੀ ਦੇ 2 ਅੱਖਰ ਪੜ੍ਹਨੇ ਆ ਗਏ, ਬਟ ਐਜ਼ ਅ ਪਰਸਨਲ ਡਿਵੈਲਪਮੈਂਟ, ਓਵਰਆਲ ਡਿਵੈਲਪਮੈਂਟ ਜਾਂ ਆਲ ਰਾਊਂਡ ਡਿਵੈਲਪਮੈਂਟ ਦੇ ਲਈ ਸਾਨੂੰ ਰਿਲੀਜੀਅਸਲੀ, ਸਪਿਰਿਚੁਅਲੀ ਅਵੇਕਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹ ਐਜੂਕੇਸ਼ਨ ਸਾਨੂੰ ਜੋ ਹੈ ਉਹ ਬਹੁਤ ਜ਼ਿਆਦਾ ਐਸੈਂਸ਼ੀਅਲ ਹੈ ਕਿ ਆਪਾਂ ਸਾਡੀ ਸਿੱਖੀ ਦੇ ਨਾਲ ਕਨੈਕਟ ਕਰੀਏ,
ਹੈ ਤੇ ਫਰਜ਼ ਮੈਂ ਵਾਰ-ਵਾਰ ਕਹਿ ਰਹੀ ਹਾਂ ਕਿ ਮਾਤਾ ਪਿਤਾ ਦਾ ਐਂਡ ਜੋ ਸਾਡੀ ਸੋਸ਼ਲ ਰਿਲੀਜੀਅਸ ਆਰਗੇਨਾਈਜੇਸ਼ਨਸ ਨੇ ਵਿਦਿਆਲੇ ਨੇ ਸਾਡੇ ਉਹਨਾਂ ਦਾ ਵੀ ਹੈ। ਜੀ ਆਪ ਜੀਆਂ ਨੇ ਪਿਛਲੇ ਸਮੇਂ ਵਿੱਚ ਪੋਇਟਰੀ ਦੀ ਬੁੱਕ ਪਬਲਿਸ਼ ਕੀਤੀ, ਇਸ ਜਰਨੀ ਬਾਰੇ ਆਪ ਜੀ ਕੀ ਕਹਿਣਾ ਚਾਹੋਗੇ? ਕਿਵੇਂ ਆਪ ਜੀਆਂ ਨੇ ਆਪਣੇ ਐਕਸਪੀਰੀਅੰਸਿਸ ਨੂੰ ਇਕੱਠਾ ਕਰਕੇ ਇੱਕ ਕਿਤਾਬ ਦੀ ਸ਼ਕਲ ਦੇ ਦਿੱਤੀ, ਇਸ ਬਾਰੇ ਦੱਸੋ ਕੁਝ। ਬੁੱਕ ਹੈ, ਉਹਦਾ ਨਾਮ ਹੈ ਬਲੂਜ਼ ਐਂਡ ਬਲਿਸ। ਜਿਵੇਂ ਆਪਾਂ ਨੇ ਸਾਰੀ ਗੱਲ ਕੀਤੀ ਹੈ ਨਾ ਕਿ ਵੀ ਆਰ ਵੈਰੀ ਸੈਡ ਸਮਟਾਈਮਸ, ਵੀ ਆਰ ਵੈਰੀ ਡਿਜੈਕਟਿਡ ਸਮਟਾਈਮਸ, ਕਦੇ ਆਪਾਂ ਡਿਸਅਪੋਇੰਟ ਹੋ ਜਾਂਦੇ ਹਾਂ, ਸਾਡੀ ਲਾਈਫ ਕੰਪਲੈਕਸ ਹੁੰਦੀ ਹੈ, ਕਿਵੇਂ ਸਭ ਕੁਝ ਹੁੰਦਾ ਹੈ। ਤਾਂ ਅਫਕੋਰਸ ਐਜ਼ ਅ ਹਿਊਮਨ ਆਈ ਹੈਵ ਆਲਸੋ ਗੋਨ ਥਰੂ ਆਲ ਦੀਜ਼ ਥਿੰਗਸ। ਮੈਂ ਇਹ ਸਭ ਚੀਜ਼ਾਂ ਤੋਂ ਗੁਜ਼ਰੀ ਹਾਂ, ਵੈਦਰ ਇਟ ਵਾਜ਼ ਲਵ, ਇਟ ਵਾਜ਼ ਹਰਟ, ਇਟ ਵਾਜ਼ ਹੀਲਿੰਗ, ਵੈਦਰ ਅਪਸ ਆਫ ਲਾਈਫ ਔਰ ਡਾਊਨਸ ਆਫ ਲਾਈਫ, ਬਿਕੋਜ਼ ਲਾਈਫ ਕਦੇ ਵੀ ਇਟ ਇਜ਼ ਨੋਟ ਅ ਸਟ੍ਰੇਟ ਪਾਥ, ਇਟ ਇਜ਼ ਆਲਵੇਜ਼ ਅਪ ਡਾਊਨ। ਠੀਕ ਹੈ, ਜਿੱਦੇ ਲਾਈਫ ਦੇ ਵਿੱਚ ਸੁੱਖ ਨੇ ਉੱਤੇ ਦੁੱਖ ਵੀ ਆਉਂਦੇ ਨੇ ਲਾਈਫ ਦੇ ਵਿੱਚ, ਜਿੱਤੇ ਸਾਡੇ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਆਉਂਦੀਆਂ ਨੇ ਉੱਥੇ ਪਰੇਸ਼ਾਨੀਆਂ ਵੀ ਆਉਂਦੀਆਂ ਨੇ। ਬਟ ਮੈਂ ਹਮੇਸ਼ਾ ਇਹ ਗੱਲ ਕਹਾਂਗੀ ਕਿ ਵੀ ਹੈਵ ਟੂ ਬੀ ਹੋਪਫੁਲ ਐਂਡ ਪ੍ਰੇਅਰਸ ਕਦੇ ਨਹੀਂ ਛੱਡਣੀਆਂ, ਮਾਲਕ ਦੇ ਅੱਗੇ ਅਰਦਾਸ ਕਰਨੀ ਕਦੇ ਵੀ ਨਹੀਂ ਛੱਡਣੀ, ਬਿਕੋਜ਼ ਇਟ ਇਜ਼ ਵੈਰੀ ਇੰਪੋਰਟੈਂਟ। ਅਤੇ ਮੇਰੀ ਲਾਈਫ ਦੇ ਵਿੱਚ ਜਦੋਂ ਵੀ ਕੋਈ ਫੇਜ਼ ਆਇਆ, ਵੈਦਰ ਇਟ ਵਾਜ਼ ਥਰੂ ਮਾਈ ਐਜੂਕੇਸ਼ਨ ਦੇ ਰਿਲੇਟਿਡ ਸੀ, ਚਾਹੇ ਮੇਰੀ ਲਾਈਫ ਦੇ ਰਿਲੇਟਿਡ ਸੀ, ਮੇਰੀ ਫੈਮਿਲੀ ਦੇ ਰਿਲੇਟਿਡ ਸੀ, ਮੇਰੀ ਫਰੈਂਡਸ਼ਿਪਸ ਦੇ ਰਿਲੇਟਿਡ ਸੀ, ਕਿਸੇ ਵੀ ਚੀਜ਼, ਕੋਈ ਵੀ ਪੱਖ ਹੋਵੇ ਮੇਰੀ ਲਾਈਫ ਦਾ, ਕੋਈ ਵੀ ਫੇਜ਼ ਹੋਵੇ, ਤਾਂ ਮੈਨੂੰ ਲੱਗਦਾ ਹੈ ਕਿ ਹਰ ਇੱਕ ਦੇ ਵਿੱਚ ਆਪਾਂ ਇਹੋ ਫੇਜ਼ ਦੇਖਦੇ ਹਾਂ। ਜਿਵੇਂ 3 ਫੇਜ਼ ਨੇ ਮੇਰੀ ਬੁੱਕ ਦੇ ਵਿੱਚ। ਬਲੂਜ਼ ਮੀਨਸ ਆਲ ਦਾ ਸੈਡਨੈਸ ਇਨ ਯੋਰ ਲਾਈਫ ਐਂਡ ਬਲਿਸ ਮੀਨਸ ਉਹ ਖੁਸ਼ੀ, ਆਨੰਦ ਜਿਹਨੂੰ ਆਪਾਂ ਕਹਿੰਦੇ ਆ, ਅਤੇ ਉਹਦੇ ਬਾਰੇ ਇਹ ਬੁੱਕ ਜੋ ਹੈ ਉਹ ਲਿਖੀ ਗਈ ਹੈ। ਤਾਂ ਪਹਿਲਾਂ ਇਸ ਦੇ ਵਿੱਚ ਆਇਆ ਸੀ ਲਵ, ਸੈਕਿੰਡ ਵਾਜ਼ ਹਰਟ ਐਂਡ ਥਰਡ ਵਾਜ਼ ਹੀਲਿੰਗ, ਕਿ ਆਪਾਂ ਹਮੇਸ਼ਾ ਕਦੇ ਖੁਸ਼ ਹੁੰਦੇ ਹਾਂ, ਕਦੇ ਹਰਟ ਹੁੰਦੇ ਹਾਂ, ਕਦੇ ਹੀਲ ਕਰ ਰਹੇ ਹੁੰਦੇ ਹਾਂ। ਫਿਰ ਐਟ ਦੀ ਐਂਡ ਮੈਂ ਲਾਸਟ ਦੇ ਵਿੱਚ ਜੋ ਚੀਜ਼ ਲਿਖੀ ਹੈ ਐਜ਼ ਅ ਸਮਰੀ ਔਰ ਦਾ ਸਾਈਨੋਪਸਿਸ ਆਫ ਦਾ ਬੁੱਕ, ਉਹ ਇਹ ਸੀ ਕਿ ਹਮੇਸ਼ਾ ਲਾਈਫ ਦੇ ਵਿੱਚ ਪਰਮਾਤਮਾ ਜੋ ਨੇ, ਸੁਪਰੀਮ ਲਾਰਡ ਜੋ ਹੈ ਸਾਡਾ, ਹੀ ਇਜ਼ ਆਲਵੇਜ਼ ਦਾ ਮੋਸਟ ਮਰਸੀਫੁਲ, ਦਾ ਮੋਸਟ ਬੈਨਲੋਵੈਂਟ ਵਨ। ਹੀ ਇਜ਼ ਪਰਫੈਕਟ, ਉਹਦੇ ਮਤਲਬ ਉਹਦਾ ਕੋਈ ਕੰਪੈਰੀਜ਼ਨ ਹੀ ਨਹੀਂ ਹੈ, ਉਹ ਕਦੇ ਵੀ ਆਪਣੇ ਬੱਚਿਆਂ ਨਾਲ ਕੁਝ ਗਲਤ ਨਹੀਂ ਕਰਦੇ। ਤਾਂ ਮੈਨੂੰ ਲੱਗਦਾ ਹੈ ਕਿ ਕੁਝ ਵੀ ਹੋਵੇ ਤਾਂ ਉਹ ਪਰਮਾਤਮਾ ਦੇ ਥਰੂ ਸਾਨੂੰ ਇੱਕ ਬਲੈਸਿੰਗ ਹੁੰਦੀ ਹੈ। ਕਦੇ ਕਦੇ ਦੈਟ ਇਜ਼ ਅ ਬਲੈਸਿੰਗ ਇਨ ਡਿਸਗਾਈਜ਼, ਸਾਡੇ ਨਾਲ ਕੁਝ ਮਾੜਾ ਹੋ ਰਿਹਾ ਹੈ ਤਾਂ ਇੱਕ ਅਲੱਗ ਰੂਪ ਦੇ ਵਿੱਚ ਉਹ ਛੁਪ ਕੇ ਆਉਂਦੀ ਹੈ, ਬਟ ਦੈਟ ਇਜ਼ ਅ ਬਲੈਸਿੰਗ। ਹਮੇਸ਼ਾ ਪਰਮਾਤਮਾ ਸਾਨੂੰ ਪ੍ਰੋਟੈਕਟਿਡ ਰੱਖਦੇ ਨੇ। ਅਤੇ ਦੀਜ਼ ਵਰ ਦਾ ਥਿੰਗਸ ਵਿਚ ਆਈ ਹੈਵ ਕੰਪਾਈਲਡ ਐਂਡ ਸੈਡ ਕਿ ਨਹੀਂ, ਉਹ ਬਿਲਕੁਲ ਪਰਫੈਕਟ ਨੇ, ਅਤੇ ਉਹਨਾਂ ਦੀ ਤਰਫੋਂ ਜੋ ਵੀ ਚੀਜ਼ ਸਾਨੂੰ ਮਿਲਦੀ ਹੈ ਵੀ ਸ਼ੁੱਡ ਐਕਸੈਪਟ ਇਟ ਐਂਡ ਵੀ ਸ਼ੁੱਡ ਬੀ ਥੈਂਕਫੁਲ ਫॉर ਇਟ ਐਂਡ ਗ੍ਰੇਟਫੁਲ ਫॉर ਇਟ। ਆਪਣੀ ਬੁੱਕ ਦੇ ਵਿੱਚ ਕੋਈ ਵੀ ਪੋਇਟਰੀ ਤੁਸੀਂ ਸੁਣਾਓ। ਅਤੇ ਜੋ ਪੋਇਟਰੀ ਹੈ, ਮੈਂ ਗੱਲ ਵਾਰ-ਵਾਰ ਕੀਤੀ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਨ ਦੀ, ਪ੍ਰੇਅਰਸ ਦੀ। ਤਾਂ ਜੋ ਮੇਰੀ ਫਸਟ ਹੀ ਪੋਇਟਰੀ ਹੈ ਇਸ ਬੁੱਕ ਦੀ, ਦੈਟ ਇਜ਼ ਰਿਲੇਟਡ ਟੂ ਆਲ ਦਾ ਪ੍ਰੇਅਰਸ ਵੀ ਮੇਕ। A dawn to my inevitable dusk, the blessed night between my tiring days, the soothing dewdrop on my withered flowers, a proof of my prayers getting heard. My favorite fellow human, you are a masterpiece. ਤੇ ਇਹਦੇ ਵਿੱਚ ਮੈਂ ਲਿਖਿਆ ਹੈ ਕਿ that favorite fellow human, that is a masterpiece, and how I have got that person, that is through prayers only. ਤੇ ਮੈਂ ਹਮੇਸ਼ਾ ਜਿਵੇਂ ਕਹਿੰਦੀ ਹਾਂ ਕਿ prayers have so much power, but you have to keep faith. ਤੁਹਾਨੂੰ ਹਮੇਸ਼ਾ ਕਦੇ ਆਸ ਨਹੀਂ ਛੱਡਣੀ, you have to be always hopeful, ਤੇ ਪ੍ਰੇਅਰਸ ਨਾਲ ਹਮੇਸ਼ਾ ਗੁਰੂ ਸਾਹਿਬ ਦੇ ਅੱਗੇ ਜੋ ਨੇ ਉਹ ਕਰਨੀਆਂ ਨੇ, ਆਪਣੀ ਅਰਦਾਸ ਗੁਰੂ ਸਾਹਿਬ ਦੇ ਅੱਗੇ ਕਰਨੀ ਹੈ। ਸੁਨੇਹਾ ਤੁਸੀਂ ਦੇਣਾ ਚਾਹੁੰਦੇ ਹੋ ਯੰਗਸਟਰਸ ਨੂੰ? ਯੰਗਸਟਰਸ ਲਈ ਸੁਨੇਹਾ ਇਹ ਹੋਏਗਾ ਕਿ ਸਿੱਖੀ ਨਾਲ ਜੁੜੋ, ਆਪਣੀ ਫੈਮਿਲੀ, ਆਪਣੇ ਪੇਰੈਂਟਸ ਦੇ ਨਾਲ ਜੁੜੋ, ਹਮੇਸ਼ਾ ਉਹਨਾਂ ਦਾ ਸਨਮਾਨ, ਉਹਨਾਂ ਦੀ ਇੱਜ਼ਤ ਕਰੋ, ਲਵ ਦੈਮ ਐਜ਼ ਮਚ ਯੂ ਕੈਨ, ਐਂਡ 5 ਵਾਈਸਿਸ ਜਿਹਨੂੰ ਆਪਾਂ ਕਹਿੰਦੇ ਹਾਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਤੋਂ ਬਚੋ। ਅਤੇ ਇਹਨਾਂ ਤੋਂ ਸਾਨੂੰ ਕੀ ਬਚਾ ਸਕਦਾ ਹੈ? ਦੈਟ ਇਜ਼ ਓਨਲੀ ਗੁਰਬਾਣੀ, ਹੈ ਨਾ। ਅਤੇ ਇਹਦੇ ਲਈ ਸਾਨੂੰ ਗੁਰਬਾਣੀ ਪੜ੍ਹਨੀ, ਸਿੱਖੀ ਦੇ ਨਾਲ ਜੁੜਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਦੇ ਵੀ ਸੈਲਫ ਕੌਨਫੀਡੈਂਸ ਨੂੰ ਨਾ ਛੱਡੋ, ਇਮੇਜ ਕੌਨਸ਼ੀਅਸ ਹੋ ਕੇ ਸ਼ਾਰਟਕਟਸ ਦੇ ਵਿੱਚ ਜਾ ਕੇ ਇਹ ਸਭ ਚੀਜ਼ਾਂ ਨਾ ਕਰੋ ਕਿ ਜੋ ਤੁਹਾਨੂੰ ਐਟ ਦੀ ਲੇਟੈਸਟ ਸਟੇਜ ਜੋ ਤੁਹਾਨੂੰ ਨੁਕਸਾਨ ਦੇਣਗੀਆਂ। ਕਿਉਂਕਿ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਆਪਾਂ ਕਹਿੰਦੇ ਹਾਂ, ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛਤਾਈਏ, ਵਿਚ ਮੀਨਸ ਕਿ ਐਸਾ ਕੋਈ ਕੰਮ ਜੋ ਤੁਸੀਂ ਬਾਅਦ ਵਿੱਚ ਜਾ ਕੇ ਰਿਗਰੈਟ ਕਰੋ, ਐਸਾ ਕੋਈ ਵੀ ਕੰਮ ਕਦੀ ਨਾ ਕਰੋ। ਹਮੇਸ਼ਾ ਸੱਚੇ, ਅੱਛੇ, ਸਿੰਸੀਅਰ, ਹਾਰਡ ਵਰਕਿੰਗ ਇੰਟੈਂਸ਼ਨਸ ਦੇ ਨਾਲ ਤੁਸੀਂ ਅੱਗੇ ਵਧੋ। ਡਰੱਗਸ ਦੇ ਵਿੱਚ ਇੰਡਲਜ ਨਾ ਹੋ, ਸਿੱਖੀ ਸਰੂਪ ਨੂੰ ਸਾਂਭੋ, ਕਿਉਂਕਿ ਸਿੱਖੀ ਸਰੂਪ ਮੈਨੂੰ ਲੱਗਦਾ ਹੈ ਕਿ ਇਟ ਇਜ਼ ਵੈਰੀ ਦ ਐਲੈਕਸੀਅਰ ਆਫ ਮਾਈ ਲਾਈਫ। ਐਟਲੀਸਟ ਜਿਵੇਂ ਆਪਾਂ ਕਹਿੰਦੇ ਨਾ, ਪਾਣੀ ਇਜ਼ ਦ ਐਲੈਕਸੀਅਰ ਆਫ ਐਵਰੀਬਡੀਜ਼ ਲਾਈਫ, ਵਾਟਰ ਇਜ਼ ਦ ਐਲੈਕਸੀਅਰ ਆਫ ਲਾਈਫ, ਸਿੱਖੀ ਸ਼ੁੱਡ ਬੀ ਦ ਐਲੈਕਸੀਅਰ ਆਫ ਯੋਰ ਲਾਈਫ, ਸਿੱਖੀ ਸਰੂਪ ਸ਼ੁੱਡ ਬੀ ਦ ਐਲੈਕਸੀਅਰ ਆਫ ਆਰ ਲਾਈਫ। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਕੌਰ ਜੀ। ਧੰਨਵਾਦ ਕਰਦੇ ਹਾਂ ਮਨਪ੍ਰੀਤ ਕੌਰ ਜੀ ਦਾ, ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਵਿਚਾਰਾਂ ਦੀ ਸਾਂਝ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।